ਕਿੱਥੇ ਕਿੱਥੇ ਹੁਣ ਤੱਕ ਪੂਰੇ ਇੰਡੀਆ ਦੇ ਵਿੱਚ ਬਲੱਡ ਤੁਸੀਂ ਮੁਹੱਈਆ ਕਰਵਾਇਆ? ਸਰ ਜੇਕਰ ਮੈਂ ਪੂਰੇ ਭਾਰਤ ਦੇਸ਼ ਦੀ ਗੱਲ ਕਰਾਂ ਤਾਂ ਸਰ ਜਿੱਥੇ ਵੀ ਜ਼ਰੂਰਤ ਪੈਂਦੀ ਸੀ ਬਲੱਡ ਦੀ ਉੱਥੇ ਮੁਹੱਈਆ ਕਰਵਾਇਆ ਜਾਂਦਾ ਸੀਗਾ। ਜਦੋਂ ਸਾਨੂੰ ਪੇਸ਼ੈਂਟ ਦੀ ਕੋਈ ਕਾਲ ਆਉਂਦੀ ਸੀ ਚੰਡੀਗੜ੍ਹ, ਦਿੱਲੀ, ਲੁਧਿਆਣਾ, ਬੰਬੇ, ਕਿਤੇ ਵੀ ਐਨੀ ਸਿਟੀ ਜਿੱਥੇ ਬਲੱਡ ਚਾਹੀਦਾ ਸੀ, ਅਸੀਂ ਉੱਥੋਂ ਦੀ ਜਿਹੜੀ ਐਨਜੀਓਸ ਐਕਟਿਵ ਐਨਜੀਓ ਸੀ ਉਹਨਾਂ ਨਾਲ ਸੰਪਰਕ ਕਰਦੇ ਸੀਗੇ ਤਾਂ ਪੇਸ਼ੈਂਟ ਔਰ ਐਨਜੀਓ ਦਾ ਕੰਟੈਕਟ ਕਰਾ ਕੇ ਤਾਂ ਉਹਨਾਂ ਨੂੰ ਬਲੱਡ ਮੁਹੱਈਆ ਕਰਵਾ ਦਿੱਤਾ ਜਾਂਦਾ ਸੀ। ਤੇ ਪਲੇਸਮੈਂਟ ਕਿਉਂ? ਆਪਾਂ ਦੇਖਿਆ ਕਈ ਜਗ੍ਹਾ ਤੇ ਜਾ ਕੇ ਜਿਹਦੇ ਪਲੇਸਮੈਂਟ ਨਾ ਹੋਵੇ ਪੇਸ਼ੈਂਟ ਤਾਂ ਮਰ ਸਕਦਾ। ਸਰ ਉਹੀ ਚੀਜ਼ ਹੈ, ਇੱਕ ਪੇਸ਼ੈਂਟ ਦਾ ਐਕਸੀਡੈਂਟ ਹੋ ਗਿਆ, ਉਸ ਪੇਸ਼ੈਂਟ ਦੇ ਨੂੰ ਇੱਕ 3-4 ਪਾਰਸ ਬਾਹਰ ਦੇ ਪਰਸਨ ਉਸ ਨੂੰ ਲੈ ਕੇ ਆਏ, ਉਹਨਾਂ ਦੇ ਘਰ ਦੇ ਪਰਸਨ ਦਾ ਬਾਅਦ ਚ ਪਹੁੰਚਣਗੇ, ਇਮੀਡੀਏਟ ਉਸ ਨੂੰ ਬਲੱਡ ਦੀ ਜ਼ਰੂਰਤ ਹੈ ਤਾਂ ਜੇਕਰ ਡਾਕਟਰ ਜਾਂ ਬਲੱਡ ਬੈਂਕ ਉਹਨੂੰ ਕਹੇ ਕਿ ਰਿਪਲੇਸਮੈਂਟ ਲੈ ਕੇ ਆ ਤਾਂ ਉਸ ਪਰਸਨ ਨਾਲ ਤਾਂ ਕੋਈ ਵੀ ਨਹੀਂ ਹੈ ਉਸ ਟਾਈਮ, ਉਹ ਤਾਂ ਪੇਸ਼ੈਂਟ ਦੇ ਜਿਹੜੇ ਬਾਹਰ ਦੇ ਬੰਦੇ ਨੂੰ ਛੱਡ ਕੇ ਤਾਂ ਘਰੇ ਜਾ ਚੁੱਕੇ ਆ। ਕਿੰਨੇ ਬੱਚੇ ਤੁਹਾਡੇ ਕੋਲ ਥੈਲੇਸੀਮੀਆ ਦੇ ਇਸ ਸਮੇਂ ਮੌਜੂਦ ਨੇ? ਸਾਡੇ ਕੋਲ ਇਹ ਕੇਸ 43 ਦੇ ਨੀਅਰ ਅਬਾਊਟ ਹੋ ਗਏ, ਲੇਕਿਨ 2-3 ਸਾਲਾਂ ਦੇ ਵਿੱਚ ਸਾਡੇ ਕੋਲ 5-6 ਬੱਚੇ ਰੱਬ ਨੂੰ ਪਿਆਰੇ ਹੋ ਚੁੱਕੇ ਹੈ। ਕਿਉਂਕਿ ਤੁਸੀਂ ਥੈਲੇਸੀਮੀਆ ਦੀ ਗੱਲ ਕੀਤੀ ਹੈ, ਮੈਂ ਛੋਟੀ ਜਿਹੀ ਜਾਣਕਾਰੀ ਦੇਣਾ ਚਾਹਾਂਗਾ। ਥੈਲੇਸੀਮੀਆ ਇੱਕ ਕੈਂਸਰ ਕਹਿ ਸਕਦੇ ਹਾਂ ਆਪਾਂ, ਜੋ ਬੱਚਾ ਆਪਣੀ ਮਾਂ ਦੇ ਗਰਭ ਤੋਂ ਲੈ ਕੇ ਪੈਦਾ ਹੁੰਦਾ ਹੈ। ਤਾਂ ਇਹ ਹੁੰਦਾ ਕਿਵੇਂ ਹੈ, ਅਗਰ ਇੱਕ ਮਾਈਨਰ ਲੜਕੀ ਦੀ ਸ਼ਾਦੀ ਮਾਈਨਰ ਲੜਕੇ ਨਾਲ ਹੋ ਜਾਂਦੀ ਹੈ ਤਾਂ 25% ਚਾਂਸਿਸ ਨੇ ਕਿ ਉਹ ਜਿਹੜਾ ਬੱਚਾ ਹੈ ਥੈਲੇਸੀਮੀਆ ਮੇਜਰ ਪੈਦਾ ਹੋ ਜਾਂਦਾ ਹੈ। ਤਾਂ ਇਸ ਨੂੰ ਬਚਾਇਆ ਜਾ ਸਕਦਾ ਹੈ, ਇਹ ਚੀਜ਼ ਆਪਣੇ ਹੱਥ 'ਚ ਹੈ। ਲੋਕ ਕੁੰਡਲੀ ਮਿਲਾਉਂਦੇ ਨੇ, ਕੁੰਡਲੀ ਮਿਲਾਉਣ ਤੋਂ ਪਹਿਲਾਂ ਜੇਕਰ ਇੱਕ HbA2 ਟੈਸਟ ਜਿਹਨੂੰ ਆਪਾਂ ਥੈਲੇਸੀਮੀਆ ਟੈਸਟ ਨਾਲ ਜਾਣਦੇ ਹਾਂ ਉਹ ਚੈੱਕ ਕਰਾ ਲਿਆ ਜਾਏ ਕਿ ਤੁਸੀਂ ਥੈਲੇਸੀਮੀਆ ਮਾਈਨਰ ਤਾਂ ਨਹੀਂ ਹੋ। ਥੈਲੇਸੀਮੀਆ ਮਾਈਨਰ ਹੋਣਾ ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਜੇਕਰ ਲੜਕੀ ਵੀ ਥੈਲੇਸੀਮੀਆ ਮਾਈਨਰ ਹੋ ਜਾਂਦੀ ਹੈ ਤਾਂ ਤੁਹਾਡੀ ਸੰਤਾਨ 25% ਚਾਂਸਿਸ ਹੈ ਕਿ ਉਹ ਥੈਲੇਸੀਮੀਆ ਮੇਜਰ ਪੈਦਾ ਹੋ ਜਾਏਗੀ। ਬਲੱਡ ਤੁਸੀਂ ਡੋਨੇਟ ਕਰਨੇ ਹੋ ਜਾਂ ਬਲੱਡ ਉਹਨਾਂ ਨੂੰ ਚੜਦਾ ਹੈ ਤਾਂ ਕਿੰਨੀ ਇਹਨਾਂ ਦੀ ਏਜ ਹੁੰਦੀ ਹੈ, ਕਿੰਨੀ ਏਜ ਤੱਕ ਇਹ ਆਪਣੀ ਜ਼ਿੰਦਗੀ ਜੀ ਸਕਦੇ ਨੇ? ਸਰ ਦੇਖੋ, ਮੇਰੇ ਕੋਲ ਅਧਿਕਾਰ ਨਹੀਂ ਹੈ ਕਿਉਂਕਿ ਜੀਵਨ ਔਰ ਮਰਨ ਪਰਮਾਤਮਾ ਦੇ ਹੱਥ 'ਚ ਹੈ, ਲੇਕਿਨ ਜਿਨ੍ਹਾਂ ਕੋ ਅਸੀਂ ਪ੍ਰੈਕਟੀਕਲ ਦੇਖਿਆ ਹੈ, ਸਾਡੇ ਕੋਲ ਜਿਹੜੇ ਬੱਚੇ 20-22 ਸਾਲ ਦੇ ਬੱਚੇ ਸੀ ਉਹ ਡੈਥ ਦਾ ਸ਼ਿਕਾਰ ਹੋ ਗਏ, ਮੌਤ ਦਾ ਸ਼ਿਕਾਰ ਹੋ ਗਏ। ਕੁਝ ਛੋਟੇ ਵੀ ਸੀ 5-7 ਸਾਲ ਦੇ ਵੀ, ਕਿਉਂਕਿ ਇਹ ਫੈਮਿਲੀ ਦੇ ਸਟਰਕਚਰ ਤੇ ਡਿਪੈਂਡ ਕਰਦਾ ਹੈ, ਫੈਮਿਲੀ ਦਾ ਮਾਹੌਲ ਤੇ ਡਿਪੈਂਡ ਕਰਦਾ ਹੈ। ਪੂਰੇ ਪੰਜਾਬ 'ਚ ਕਿਤੇ ਵੀ ਬਲੱਡ ਦੀ ਲੋੜ ਪੈਂਦੀ ਹੈ ਤੁਸੀਂ ਮੁਹੱਈਆ ਕਰਵਾ ਦਿੰਦੇ ਹੋ? ਤਾਂ ਅਸੀਂ ਉਹਨਾਂ ਨੂੰ ਜਦੋਂ ਨੰਬਰ ਸ਼ੇਅਰ ਕਰਦੇ ਹਾਂ, ਉਹਨਾਂ ਨੂੰ ਪਹਿਲਾਂ ਕੰਟੈਕਟ ਕਰਦੇ ਹਾਂ ਕਿ ਫਲਾਣੇ ਪਰਸਨ ਨੂੰ ਇਸ ਬਲੱਡ ਗਰੁੱਪ ਦੀ ਜ਼ਰੂਰਤ ਹੈ, ਫਿਰ ਉਹ ਕਹਿੰਦੇ ਕਿ ਸਾਡਾ ਨੰਬਰ ਦਿਓ, ਫਿਰ ਉਹਨਾਂ ਦਾ ਡੋਨਰ ਦਾ ਟਾਈਮ ਅਪ ਹੋ ਜਾਂਦਾ ਹੈ ਕਿ ਡੋਨਰ ਕਿੰਨੇ ਵਜੇ ਉਹਨਾਂ ਕੋਲ ਪਹੁੰਚ ਰਿਹਾ। ਕਿਉਂਕਿ ਵੱਡੇ ਹਸਪਤਾਲਾਂ ਦੇ ਵਿੱਚ ਇੱਕਦਮ ਨਹੀਂ ਕਿਹਾ ਜਾਂਦਾ ਕਿ ਤੁਸੀਂ ਬਲੱਡ ਇਕੱਠਾ ਕਰੋ, ਜਦੋਂ ਕੋਈ ਐਮਰਜੈਂਸੀ ਹੁੰਦੀ ਹੈ ਇਹਨਾਂ ਕੋਲ ਸਟਾਕ ਉਹਨਾਂ ਕੋਲ ਹੁੰਦਾ ਹੈ ਕਿ ਐਮਰਜੈਂਸੀ ਨੂੰ ਪੂਰਾ ਕਰ ਦਿੱਤਾ ਜਾਏ, ਲੇਕਿਨ ਉਹਨਾਂ ਨੂੰ ਹੁੰਦਾ ਕਿ ਸਾਨੂੰ ਬਲੱਡ ਵੀ ਚਾਹੀਦਾ ਹੈ ਤਾਂ ਫਿਰ ਡੋਨਰ ਉਹਨਾਂ ਨੂੰ ਆ ਕੇ ਬਲੱਡ ਦੇ ਜਾਂਦਾ ਹੈ, ਉਹ ਟੀਮਾਂ ਹੀ ਉੱਥੋਂ ਕਰਵਾ ਕੇ ਦਿੰਦੀਆਂ। ਔਰ ਇਸ ਗੱਲ ਦੀ ਗਰੰਟੀ ਮੈਂ ਕਰਦਾ, ਜੋ ਪਰਸਨ ਇੱਕ ਵਾਰੀ ਬਲੱਡ ਡੋਨੇਸ਼ਨ ਲਾਈਨ ਦੇ ਵਿੱਚ ਲੱਗ ਗਿਆ ਉਹ ਪਰਸਨ BP, ਹਾਰਟ, ਕੈਂਸਰ, ਹੋਰ ਮੁਰਾਦ ਬਿਮਾਰੀਆਂ ਤੋਂ ਦੂਰ ਹੋ ਜਾਏਗਾ। ਉਸ ਨੂੰ ਇਹਦਾ ਜਿਹੜਾ ਰਿਸਕ ਫੈਕਟਰ ਹੈ 99% ਖਤਮ ਹੋ ਜਾਏਗਾ। ਔਰ ਜਿਹੜਾ ਉਹ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਸੀ ਉਹ ਲੋਕਾਂ ਨੂੰ ਮੋਟੀਵੇਟ ਕਰਨਗੇ। ਹੁਣ ਤੁਸੀਂ ਆਪਣਾ ਨੰਬਰ ਬੋਲ ਦਿਓ, ਜੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਬਲੱਡ ਦੀ ਲੋੜ ਪੈਂਦੀ ਹੈ, ਜਿੰਨੇ ਕੁ ਤੁਹਾਡੇ ਕੰਟੈਕਟ ਨੇ ਤੁਸੀਂ ਉਹਨਾਂ ਨੂੰ ਮੁਹੱਈਆ ਕਰਵਾ ਦਿਓ। ਆਪਣਾ ਨੰਬਰ ਬੋਲ ਦਿਓ। ਖੂਨ ਦੀ ਲੋੜ ਹੈ ਜੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪੈਂਦੀ ਰਹਿੰਦੀ ਹੈ। ਐਕਸੀਡੈਂਟ ਦੀ ਗੱਲ ਕਰ ਲਈਏ, ਕੈਂਸਰ ਦੀ ਗੱਲ ਕਰ ਲਈਏ ਜਾਂ ਸਰੀਰ ਵਿੱਚ ਕਿਸੇ ਵੀ ਘਾਟ ਦੀ ਗੱਲ ਕਰ ਲਈਏ ਤਾਂ ਖੂਨ ਦੀ ਲੋੜ ਪੈਂਦੀ ਹੈ। ਤਾਂ ਤੁਹਾਡੀ ਅਸੀਂ ਮੁਲਾਕਾਤ ਕਰਵਾਵਾਂਗੇ ਰਾਜੀਵ ਕੁਕੜੇਜਾ ਜੀ ਦੇ ਨਾਲ, ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਡੋਨੇਸ਼ਨ ਕੈਂਪ ਲਗਾਦੇ ਨੇ। ਖਾਸ ਗੱਲ ਇਹ ਹੈ ਕਿ ਕੋਵਿਡ ਤੋਂ ਪਹਿਲਾਂ ਪੂਰੇ ਭਾਰਤ ਵਿੱਚ ਕਿਤੇ ਵੀ ਇਹ ਬਲੱਡ ਮੁਹੱਈਆ ਕਰਵਾ ਸਕਦੇ ਸੀ। ਕੋਵਿਡ ਆਉਂਦਾ, ਕੋਵਿਡ ਤੋਂ ਬਾਅਦ ਲੋਕ ਡਰਨ ਲੱਗ ਪਏ ਤੇ ਕੈਂਪ ਵੀ ਜੋ ਨੇ ਉਹ ਘੱਟ ਲੱਗਣੇ ਸ਼ੁਰੂ ਹੋ ਗਏ। ਕੋਵਿਡ ਤੋਂ ਪਹਿਲਾਂ ਦੀ ਗੱਲ ਕਰੀਏ, ਗੁਜਰਾਤ, ਬੰਬੇ, ਦਿੱਲੀ, ਕਾਫੀ ਜਗ੍ਹਾ ਤੇ ਇਹਨਾਂ ਨੇ ਆਪਣੇ ਸ਼ਹਿਰ ਵਿੱਚ ਬੈਠ ਕੇ ਬਲੱਡ ਅਰੇਂਜ ਕਰਵਾਇਆ ਜੀ। ਥੈਲੇਸੀਮੀਆ ਦੇ 40 ਬੱਚੇ ਇਹਨਾਂ ਕੋਲ ਮੌਜੂਦ ਸਨ, ਜੋ ਕਿ 6 ਬੱਚੇ ਇਸ ਸਮੇਂ ਦੁਨੀਆ ਤੇ ਨਹੀਂ ਰਹੇ, ਉਹਨਾਂ ਦੀ ਡੈਥ ਹੋ ਜਾਂਦੀ ਹੈ। ਥੈਲੇਸੀਮੀਆ ਦੇ ਵਿੱਚ ਇੱਕ ਬੱਚੇ ਨੂੰ ਲਗਭਗ 2 ਤੋਂ 3 ਯੂਨਿਟ ਮਹੀਨੇ ਦਾ ਬਲੱਡ ਦੇਣਾ ਹੀ ਪੈਂਦਾ। ਤਾਂ ਰਾਜੀਵ ਕੁਕੜੇਜਾ ਸਾਡੇ ਨਾਲ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਬਲੱਡ ਹੁਣ ਵੀ ਮੁਹੱਈਆ ਕਰਵਾਉਂਦੇ ਨੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ, ਜਿੰਨੀ ਕੋਈ ਇਹਨਾਂ ਦੀ ਪਹੁੰਚ ਹੈ, ਕਿਉਂਕਿ ਕੋਵਿਡ ਕਰਕੇ ਥੋੜ੍ਹੇ ਲੋਕ ਡਰੇ ਵੀ ਹੋਏ ਨੇ, ਇਸ ਕਰਕੇ ਕਿਤੇ ਨਾ ਕਿਤੇ ਹੁਣ ਉਹ ਸਿਸਟਮ ਥੋੜ੍ਹਾ ਰੁਕਦਾ ਨਜ਼ਰ ਆ ਰਿਹਾ ਹੈ, ਪਰ ਆਪਦੇ ਕੰਮ ਵਿੱਚ ਲੱਗੇ ਹੋਏ ਨੇ। 40 ਬੱਚਿਆਂ ਦੀ ਵੀ ਉਹਨਾਂ ਦੀ ਗੱਲ ਕਰਾਂਗੇ ਜਿਨ੍ਹਾਂ ਵਿੱਚੋਂ 6 ਬੱਚੇ ਨਹੀਂ ਨੇ। ਥੈਲੇਸੀਮੀਆ ਦੀ ਗੱਲ ਕਰਾਂਗੇ ਜਿਨ੍ਹਾਂ ਦਾ 10 ਦਿਨ ਬਾਅਦ ਖੂਨ ਬਦਲਿਆ ਜਾਂਦਾ ਬੱਚਿਆਂ ਦਾ। ਤਾਂ ਰਾਜੀਵ ਕੁਕੜੇਜਾ ਸਾਡੇ ਨਾਲ ਨੇ। ਰਾਜੀਵ ਜੀ, ਬਹੁਤ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਥੈਂਕ ਯੂ ਸਰ, ਥੈਂਕ ਯੂ। ਪਹਿਲਾਂ ਮੇਰਾ ਸਵਾਲ ਹੈ ਕਿ ਤੁਸੀਂ ਦੱਸੋ ਕਿਹੜੇ ਸੰਸਥਾ ਤੋਂ, ਔਰ ਤੁਹਾਡਾ ਕੰਮ ਕੀ ਹੈ, ਮੇਨ ਤੁਹਾਡਾ ਕੰਮ ਕੀ ਹੈ? ਸਰ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਫਾਜ਼ਿਲਕਾ, ਜੋ ਫਾਜ਼ਿਲਕਾ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾ ਰਹੀ ਹੈ। ਔਰ ਮੈਂ ਬੇਸਿਕਲੀ ਟੀਚਰ ਹਾਂ ਸਰ, ਗੌਰਮੈਂਟ ਜੌਬ ਦੇ ਵਿੱਚ ਹਾਂ ਤੇ ਟੀਚਿੰਗ ਲਾਈਨ ਦੇ ਵਿੱਚ ਹੁੰਦਿਆਂ ਨੇ ਇੱਕ ਅਧਿਆਪਕ ਹੋਣ ਦੇ ਨਾਤੇ ਦੇਸ਼ ਦੀ ਜਿਹੜੀ ਸਮਾਜ ਸੇਵਾ ਦਾ ਮੌਕਾ ਦਿੱਤਾ ਹੈ ਫਾਜ਼ਿਲਕਾ ਵਾਲਿਆਂ ਨੇ। ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਦਾ ਇੱਕ ਬਲੱਡ ਪ੍ਰਭਾਰੀ ਹੋ ਕੇ ਬਲੱਡ ਡੋਨੇਸ਼ਨ ਕੈਂਪ ਲਗਾ ਰਹੇ ਹਾਂ।
ਹੁਣ ਪਹਿਲਾ ਸਵਾਲ ਹੈ ਕਿ ਕੋਵਿਡ ਤੋਂ ਪਹਿਲਾਂ ਦੀ ਗੱਲ ਕਰੀਏ। ਕੋਵਿਡ ਤੋਂ ਪਹਿਲਾਂ ਤੁਸੀਂ ਪੂਰੇ ਭਾਰਤ ਵਿੱਚ ਕਿਤੇ ਵੀ ਬਲੱਡ ਮੁਹੱਈਆ ਕਰਵਾ ਦਿੰਦੇ ਸੀ, ਕਿੱਥੇ ਹੁਣ ਤੱਕ ਪੂਰੇ ਇੰਡੀਆ ਦੇ ਵਿੱਚ ਬਲੱਡ ਤੁਸੀਂ ਮੁਹੱਈਆ ਕਰਵਾਇਆ? ਸਰ ਜੇਕਰ ਮੈਂ ਪੂਰੇ ਭਾਰਤ ਦੇਸ਼ ਦੀ ਗੱਲ ਕਰਾਂ ਤਾਂ ਸਰ ਜਿੱਥੇ ਵੀ ਜ਼ਰੂਰਤ ਪੈਂਦੀ ਸੀ ਬਲੱਡ ਦੀ ਉੱਥੇ ਮੁਹੱਈਆ ਕਰਵਾਇਆ ਜਾਂਦਾ ਸੀਗਾ, ਕਿਉਂਕਿ ਸਾਡੇ ਬੜੇ ਹੀ ਆਦਰਨੀय ਸੁਸਾਇਟੀਜ਼, ਸਾਡੇ ਆਦਰਨੀय NGOs ਜਿਹੜੀਆਂ ਨੇ ਉੱਥੇ ਬੈਠੀਆਂ ਨੇ। ਜਦੋਂ ਸਾਨੂੰ ਪੇਸ਼ੈਂਟ ਦੀ ਕੋਈ ਕਾਲ ਆਉਂਦੀ ਸੀ ਚੰਡੀਗੜ੍ਹ, ਦਿੱਲੀ, ਲੁਧਿਆਣਾ, ਬੰਬੇ, ਕਿਤੇ ਵੀ ਐਨੀ ਸਿਟੀ ਜਿੱਥੇ ਬਲੱਡ ਚਾਹੀਦਾ ਸੀ, ਅਸੀਂ ਉੱਥੋਂ ਦੀ ਜਿਹੜੀ NGOs ਐਕਟਿਵ NGOs ਸੀ ਉਹਨਾਂ ਨਾਲ ਸੰਪਰਕ ਕਰਦੇ ਸੀਗੇ ਤਾਂ ਪੇਸ਼ੈਂਟ ਔਰ NGO ਦਾ ਕੰਟੈਕਟ ਕਰਾ ਕੇ ਤਾਂ ਉਹਨਾਂ ਨੂੰ ਬਲੱਡ ਮੁਹੱਈਆ ਕਰਵਾ ਦਿੱਤਾ ਜਾਂਦਾ ਸੀ। ਸਰ ਅਕਸਰ ਵੱਡੇ ਸ਼ਹਿਰਾਂ ਦੇ ਵਿੱਚ ਇਹ ਪ੍ਰੋਬਲਮਸ ਰਹਿੰਦੀ ਹੈ, ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਲੋਕਾਂ ਦਾ ਜਿਹੜਾ ਹੈ ਜਾਗਰੂਕਤਾ ਘੱਟ ਹੈ ਥੋੜੀ ਜੀ, ਪੜ੍ਹੇ ਲਿਖੇ ਲੋਕ ਨੇ, ਜਾਗਰੂਕਤਾ ਥੋੜੀ ਘੱਟ ਹੈ। ਅਗਰ ਜਾਗਰੂਕਤਾ ਹੈ ਤਾਂ ਉੱਥੇ ਡਿਮਾਂਡਸ ਵੀ ਹੈ, ਤਾਂ ਜਿਹੜੀ ਡਿਮਾਂਡ ਦੀ ਪੂਰਤੀ ਕਰਨ ਲਈ ਆਪਾਂ ਨੂੰ ਬਾਰ-ਬਾਰ ਬਲੱਡ ਕੈਂਪ ਲਗਾਉਣ ਦੀ ਜ਼ਰੂਰਤ ਹੈ, ਲੋਕਾਂ ਨੂੰ ਮੋਟੀਵੇਟ ਕਰਨ ਦੀ ਜ਼ਰੂਰਤ ਹੈ, ਜਿੰਦੀ ਵਜ੍ਹਾ ਕਰਕੇ ਉਹ ਬਲੱਡ ਲੋਕਾਂ ਨੂੰ ਮੁਹੱਈਆ ਨਹੀਂ ਹੋ ਪਾਉਂਦਾ ਸੀਗਾ। ਤੇ ਅਜੇ ਕਈ ਦਿੱਕਤ ਸਾਨੂੰ ਅੱਜ ਵੀ ਕੇਸ ਆਉਂਦੇ ਨੇ। ਜੇ ਅਸੀਂ ਫਾਜ਼ਿਲਕਾ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਫਰੀਦਕੋਟ ਹੈ, ਆਦੇਸ਼ ਪੁੱਛੋ ਮੰਡੀ ਹੈ, ਇੱਕ ਮੈਡੀਕਲ ਸੈਕਟਰ ਨੇ। ਡਿਊ ਟੂ ਕੋਵਿਡ ਅੱਜ ਉੱਥੇ ਪੇਸ਼ੈਂਟ ਕੋਵਿਡ ਦੇ ਵੀ ਐਡਮਿਟ ਰਹੇ ਨੇ। ਪਿੱਛੇ ਡੈਲਟਾ 2 ਵੇਰੀਐਂਟ ਆਇਆ ਸੀਗਾ, ਬਹੁਤ ਤਬਾਹੀ ਮਚਾਈ ਸੀ। ਤਾਂ ਦੇਖੋ ਕਿਤੇ ਨਾ ਕਿਤੇ ਮਨ 'ਚ ਡਰ ਸੀਗਾ ਕਿ ਅਗਰ ਅਸੀਂ ਹਸਪਤਾਲ ਦੇ ਵਿੱਚ ਜਾਂਦੇ ਹਾਂ ਤਾਂ ਅਸੀਂ ਡੈਲਟਾ 2 ਦਾ ਸ਼ਿਕਾਰ ਨਾ ਹੋ ਜਾਈਏ, ਅਸੀਂ ਕੋਵਿਡ ਦਾ ਸ਼ਿਕਾਰ ਨਾ ਹੋ ਜਾਈਏ। ਉਹ ਉਸ ਜਗ੍ਹਾ ਉਸ ਟਾਈਮ ਦੇ ਵਿੱਚ ਆ ਕੇ ਥੋੜੀ ਜਿਹੀ ਬਲੱਡ ਡੋਨੇਸ਼ਨ ਦੇ ਵਿੱਚ ਖੜੋਤ ਆ ਗਈ ਸੀਗੀ। ਲੇਕਿਨ ਅਗਰ ਮੈਂ ਫਾਜ਼ਿਲਕਾ ਦੀ ਗੱਲ ਕਰਾਂ ਤਾਂ ਫਾਜ਼ਿਲਕਾ ਬਹੁਤ ਅੱਛਾ ਵਰਕ ਚੱਲ ਰਿਹਾ। ਫਾਜ਼ਿਲਕਾ ਦੇ ਰਕਤਦਾਨੀ ਰੈਗੂਲਰ ਬਲੱਡ ਡੋਨੇਟ ਕਰ ਰਹੇ ਆ। ਕੋਈ ਇਹੋ ਜਿਹਾ ਫੋਨ ਆਇਆ ਹੋਵੇ ਕਿਤੇ ਵੀ ਹੋਰ ਪੂਰੇ ਭਾਰਤ ਵਿੱਚ ਵੀ ਬਲੱਡ ਚਾਹੀਦਾ, ਹੁਣੇ ਮੁਹੱਈਆ ਕਰਵਾ ਦਿਓ, ਇੰਨੀ ਬੰਦੇ ਦੀ ਜਾਨ ਚਲੀ ਜਾਊਗੀ? ਸਰ ਅਕਸਰ ਸਾਨੂੰ ਫੋਨ ਆਉਂਦੇ ਆ ਕਿ ਇੱਕ ਐਗਜ਼ਾਮਪਲ ਨਹੀਂ ਹੈ, ਬਹੁਤ ਐਗਜ਼ਾਮਪਲਸ ਨੇ। ਕੋਈ ਐਗਜ਼ਾਮਪਲ ਸਰ ਚੰਡੀਗੜ੍ਹ ਦੀ ਹੈ, ਜਿਵੇਂ ਮੈਂ ਐਗਜ਼ਾਮਪਲ ਦਿੱਤੀ ਹੈ ਕਿ ਗੁਜਰਾਤ ਦੇ ਵਿੱਚ ਸਾਡੇ ਫਾਜ਼ਿਲਕਾ ਤੋਂ ਇੱਕ ਸਾਡੇ ਡੋਨਰ ਨੇ ਸੇਠੀ ਸਾਹਿਬ, ਸਾਹਿਲ ਸੇਠੀ ਜੀ, ਉਹਨਾਂ ਦੇ ਡਰਾਈਵਰ ਸਾਹਿਬ ਦਾ ਉੱਥੇ ਮਤਲਬ ਟਰੱਕ ਚਲਾਉਂਦੇ ਸੀਗੇ, ਉਹਨਾਂ ਦਾ ਐਕਸੀਡੈਂਟ ਹੋ ਗਿਆ। ਗੁਜਰਾਤ ਭੁਜ ਦੇ ਵਿੱਚ, ਮਤਲਬ ਫਾਜ਼ਿਲਕਾ ਤੋਂ ਗੁਜਰਾਤ ਦੀ ਗੱਲ ਕਰਾਂ ਸ਼ਾਇਦ 800-900 ਕਿਲੋਮੀਟਰ, 1000 ਕਿਲੋਮੀਟਰ ਦੂਰ ਹੋਏਗਾ। ਤਾਂ ਉੱਥੋਂ ਦੀ ਟੀਮ ਨੇ ਉਹਨਾਂ ਨੂੰ AB ਪੋਜ਼ਿਟਿਵ ਬਲੱਡ ਦੀ ਜ਼ਰੂਰਤ ਸੀ ਔਰ ਉੱਥੇ ਮੁਹੱਈਆ ਕਰਵਾਇਆ, ਉੱਥੇ ਉਹਨਾਂ ਦਾ ਆਪਰੇਟ ਹੋਇਆ ਔਰ ਅੱਜ ਉਹ ਪੇਸ਼ੈਂਟ ਬਿਲਕੁਲ ਸਵਸਥ ਹੈ, ਬਿਲਕੁਲ ਠੀਕ ਨੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸੀ। ਤਾਂ ਇਹ ਜਿਹੇ ਕਈ ਹਾਲਾਤ ਨੇ, ਕਈ ਐਗਜ਼ਾਮਪਲ ਨੇ ਜਿਹਨੂੰ ਆਪਾਂ ਬਹੁਤ ਛੋਟੇ ਸਮੇਂ 'ਚ ਬਿਆਨ ਕਰਨਾ ਮੁਸ਼ਕਿਲ ਹੋ ਜਾਏਗਾ। ਜਿੱਥੇ ਤੁਸੀਂ ਬਲੱਡ ਮੁਹੱਈਆ ਕਰਵਾਇਆ ਗੁਜਰਾਤ ਵਿੱਚ, ਉੱਥੋਂ ਮਿਲਿਆ ਨਹੀਂ ਸੀ ਬਲੱਡ ਡਰਾਈਵਰ ਨੂੰ? ਸਰ ਨਹੀਂ ਮਿਲਿਆ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਸਟਾਕ ਦਾ ਬਲੱਡ ਗਰੁੱਪ ਬਲੱਡ ਬੈਂਕ ਦੇ ਵਿੱਚ ਅਵੇਲੇਬਿਲਿਟੀ ਹੋਵੇ। ਤਾਂ ਹੁੰਦਾ ਵੀ ਹੈ ਕਈ ਜਗ੍ਹਾ ਤੇ, ਲੇਕਿਨ ਉਹਦੀ ਕੁਝ ਰੂਲਸ ਹੁੰਦੇ ਆ। ਕੋਈ ਸੈੱਲ ਜਿੱਥੇ ਬੰਦੇ ਨੇ ਉਹ ਸੈੱਲ ਪਏ ਹੋ ਸਕਦੇ ਆ, ਉਹਨਾਂ ਨੂੰ ਕਿਸ ਟਾਈਪ ਦਾ ਬਲੱਡ ਚਾਹੀਦਾ ਹੈ, ਹੋਲ ਬਲੱਡ ਚਾਹੀਦਾ ਹੈ, PRBC ਚਾਹੀਦੇ ਨੇ, PRP ਚਾਹੀਦੇ ਨੇ, PC ਚਾਹੀਦੇ ਨੇ, FFP ਚਾਹੀਦੇ ਨੇ, ਸੈੱਲ ਚਾਹੀਦਾ, ਪਲਾਜ਼ਮਾ ਚਾਹੀਦਾ, ਇਹਦੇ ਕਈ ਟਾਈਪਸ ਨੇ। ਤਾਂ ਅਗਰ ਮੈਂ ਬਲੱਡ ਦੀ ਗੱਲ ਕਰਾਂ ਤਾਂ ਬਲੱਡ ਦੀ ਮਿਆਦ ਜੋ 30 ਤੋਂ 35 ਦਿਨ ਹੁੰਦੀ ਹੈ, ਲੇਕਿਨ ਸੈੱਲ ਦੀ ਮਿਆਦ 3 ਤੋਂ 5 ਦਿਨ ਹੁੰਦੀ ਹੈ। ਅਗਰ ਉਹ ਯੂਜ਼ ਨਹੀਂ ਹੁੰਦਾ ਤਾਂ ਬਲੱਡ ਜਿਹੜਾ ਸੈੱਲ ਉਹ ਖਤਮ ਹੋ ਜਾਂਦੇ ਆ। ਤਾਂ ਫਿਰ ਮੌਕੇ ਤੇ ਜੋ ਡੋਨਰ ਆ ਕੇ ਬਲੱਡ ਡੋਨੇਟ ਕਰਦਾ ਹੈ ਉਸਦੇ ਸੈੱਲ ਬਣਾਏ ਜਾਂਦੇ ਆ ਔਰ ਪੇਸ਼ੈਂਟ ਨੂੰ ਟ੍ਰਾਂਸਫਰ ਕੀਤੇ ਜਾਂਦੇ ਆ। ਰਿਪਲੇਸਮੈਂਟ ਦੀ ਗੱਲ ਕਰੀਏ, ਆਪਾਂ ਦੇਖਿਆ ਕਈ ਜਗ੍ਹਾ ਦੇ ਉੱਤੇ ਜੇ ਬਲੱਡ ਲੈਣਾ ਹੈ ਪਹਿਲਾਂ ਬਲੱਡ ਦੇਣਾ ਪੈਂਦਾ ਜੀ। ਜੇ 3 ਯੂਨਿਟ 6 ਯੂਨਿਟ ਜਿੰਨਾ ਵੀ ਲੈਣਾ ਹੈ ਉਹਨਾਂ ਦੇ ਕੇ ਆਪਾਂ ਲੈ ਸਕਦੇ ਹਾਂ ਜੀ। ਫਿਰ ਤੁਸੀਂ ਵੀ ਇਦਾਂ ਹੀ ਕਰਨੀ ਹੋ ਜਾਂ ਤੁਹਾਡੀ ਸੰਸਥਾ ਐਵੇਂ ਕਰਦੀ ਹੈ ਪਹਿਲਾਂ ਬਲੱਡ ਦਿਓ, ਉਨੀ ਰਿਪਲੇਸਮੈਂਟ ਤੁਹਾਨੂੰ ਦੇਣੀ ਪੈਣੀ ਹੈ ਜੇ ਲੈਣਾ ਤਾਂ? ਸਰ ਮੈਂ ਫਾਜ਼ਿਲਕਾ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਫਾਜ਼ਿਲਕਾ ਦੇ ਸਾਰੀਆਂ ਸੋਸ਼ਲ NGOs, ਸਾਰੇ ਫਾਜ਼ਿਲਕਾ ਦੇ ਰਕਤਦਾਨੀ, ਸਾਡੇ ਜਿੰਨੇ ਵੀ ਮਲਟੀਮੀਡੀਆ, ਪ੍ਰਿੰਟ ਮੀਡੀਆ ਦੇ ਜੋ ਵੀ ਲੋਕ ਨੇ ਜਿਨ੍ਹਾਂ ਦੀ ਬਦੌਲਤ ਸਾਡੀ ਆਵਾਜ਼ ਇਹਨਾਂ ਨੇ ਜਨ ਜਨ ਤੱਕ ਪਹੁੰਚਾਈ ਹੈ। ਤਾਂ ਫਾਜ਼ਿਲਕਾ ਦੇ ਅਗਰ ਮੈਂ 365 ਦਿਨਾਂ ਦੀ ਗੱਲ ਕਰਾਂ ਤਾਂ 340 ਦਿਨ ਇਹ ਪ੍ਰੋਬਲਮ ਨਹੀਂ ਆਉਂਦੀ। ਮੈਂ 365 ਦਿਨ ਦੀ ਗੱਲ ਨਹੀਂ ਕਰ ਰਿਹਾ, 25 ਦਿਨ ਸਾਨੂੰ ਵੀ ਅਜੇ ਫੇਸ ਕਰਨੇ ਪੈਂਦੇ ਨੇ ਵੀ ਇੱਕ ਗਰੁੱਪ ਦੇ ਕਈ ਵਾਰੀ ਜ਼ਿਆਦਾ ਪੇਸ਼ੈਂਟ ਆ ਜਾਂਦੇ ਔਰ ਬਲੱਡ ਦੀ ਗਰੁੱਪ ਦੀ ਸਟਾਕ ਡਾਊਨ ਹੋ ਜਾਂਦਾ ਹੈ। ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬਲੱਡ ਬੈਂਕ ਨਾਲ ਰੈਗੂਲਰ ਤਾਲਮੇਲ ਰੱਖਦੇ ਹਾਂ ਔਰ ਜਿਹੜੇ ਬਲੱਡ ਦੀ ਸ਼ਾਰਟੇਜ ਹੁੰਦੀ ਹੈ ਅਸੀਂ ਉਸ ਨੂੰ ਨਾਲੋਂ ਨਾਲ 10, 15, 20 ਜੋ ਜਿੰਨੀ ਸਾਡੀ ਡਿਮਾਂਡ ਹੁੰਦੀ ਹੈ ਉਸ ਦੀ ਯੂਨਿਟ ਦੀ ਡੋਨੇਸ਼ਨ ਕਰਾ ਕੇ ਪੂਰੀ ਕਰ ਦਿੱਤੀ ਜਾਂਦੀ ਹੈ। ਪਰ ਮਤਲਬ 365 ਦੇ ਵਿੱਚ 340 ਦਿਨ ਦੀ ਪ੍ਰੋਬਲਮ ਤਾਂ ਨਹੀਂ ਰਹਿੰਦੀ, ਲੇਕਿਨ 25 ਦਿਨ ਦੇ ਵਿੱਚ ਵੀ ਅਸੀਂ ਉਸ ਚੀਜ਼ ਨੂੰ ਫੇਸ ਨਹੀਂ ਹੋਣ ਦਿੰਦੇ ਤਾਂ ਕਿ ਜਿਹੜਾ ਬਲੱਡ ਦਾ ਸਟਾਕ ਪੂਰਾ ਕਰ ਦਿੱਤਾ ਜਾਏ ਉਹ ਪੇਸ਼ੈਂਟ ਨੂੰ ਜਾਰੀ ਕਰ ਦਿੱਤਾ ਜਾਏ। ਰਿਪਲੇਸਮੈਂਟ ਕਿਉਂ? ਆਪਾਂ ਦੇਖਿਆ ਕਈ ਜਗ੍ਹਾ ਤੇ ਜਾ ਕੇ ਜੇ ਰਿਪਲੇਸਮੈਂਟ ਨਾ ਹੋਵੇ ਪੇਸ਼ੈਂਟ ਤਾਂ ਮਰ ਸਕਦਾ। ਸਰ ਉਹੀ ਚੀਜ਼ ਹੈ, ਇੱਕ ਪੇਸ਼ੈਂਟ ਦਾ ਐਕਸੀਡੈਂਟ ਹੋ ਗਿਆ, ਉਸ ਪੇਸ਼ੈਂਟ ਦੇ ਇੱਕ 3-4 ਪਾਰਟਸ ਬਾਹਰ ਦੇ ਪਰਸਨ ਉਸ ਨੂੰ ਲੈ ਕੇ ਆਏ, ਉਹਨਾਂ ਦੇ ਘਰ ਦੇ ਪਰਸਨ ਦਾ ਬਾਅਦ ਚ ਪਹੁੰਚਣਗੇ, ਇਮੀਡੀਏਟ ਉਸ ਨੂੰ ਬਲੱਡ ਦੀ ਜ਼ਰੂਰਤ ਹੈ। ਤਾਂ ਜੇਕਰ ਡਾਕਟਰ ਜਾਂ ਬਲੱਡ ਬੈਂਕ ਉਹਨੂੰ ਕਹੇ ਕਿ ਰਿਪਲੇਸਮੈਂਟ ਲੈ ਕੇ ਆ ਤਾਂ ਉਸ ਪਰਸਨ ਨਾਲ ਤਾਂ ਕੋਈ ਵੀ ਨਹੀਂ ਹੈ ਉਸ ਟਾਈਮ, ਉਹ ਤਾਂ ਪੇਸ਼ੈਂਟ ਦੇ ਜਿਹੜੇ ਬਾਹਰ ਦੇ ਬੰਦੇ ਨੂੰ ਛੱਡ ਕੇ ਤਾਂ ਘਰੇ ਜਾ ਚੁੱਕੇ ਆ। ਤਾਂ ਜੇ ਬਲੱਡ ਬੈਂਕ ਵਿੱਚ ਬਲੱਡ ਹੋਏਗਾ ਤਾਂ ਉਸ ਨੂੰ ਮੌਕੇ ਤੇ ਬਲੱਡ ਪ੍ਰੋਵਾਈਡ ਹੋ ਜਾਏਗਾ। ਮੈਂ ਇੱਕ ਛੋਟਾ ਜਿਹਾ ਇੰਸੀਡੈਂਟ ਸ਼ੇਅਰ ਕਰਨ ਜਾ ਰਿਹਾ। ਫਾਜ਼ਿਲਕਾ ਦੇ ਵਿੱਚ ਅੱਜ ਤੋਂ 2014 ਦਾ ਇੱਕ ਇੰਸੀਡੈਂਟ ਆਇਆ, ਰਾਤ ਨੂੰ 11 ਵਜੇ ਕੇਸ ਆਇਆ, ਉਸ ਦੀ ਡਿਲੀਵਰੀ ਹੁੰਦੀ ਹੈ ਔਰ ਉਸ ਤੋਂ ਬਾਅਦ ਇੰਟਰਨਲ ਪ੍ਰੋਬਲਮ ਕਰਕੇ ਉਸ ਦੀ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ। ਉਸ ਕੇਸ ਦੀ ਬੱਚਾ ਸਵਸਥ ਹੈ, ਮਾਂ ਦੀ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ। ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਉਸ ਔਰਤ ਨੂੰ, ਉਸ ਪ੍ਰੈਗਨੈਂਟ ਮਹਿਲਾ ਜੋ ਜਿੰਦੀ ਡਿਲੀਵਰੀ ਹੋਈ ਸੀ, ਉਸ ਨੂੰ 22 ਯੂਨਿਟ O ਪੋਜ਼ਿਟਿਵ ਬਲੱਡ ਲੱਗ ਗਿਆ ਔਰ ਬਲੱਡ ਬੈਂਕ ਦੇ ਵਿੱਚ 37 ਯੂਨਿਟ O ਪੋਜ਼ਿਟਿਵ ਸੀ।
ਰਾਤ ਨੂੰ 11 ਵਜੇ ਜੇਕਰ ਮੈਂ ਵੀ ਉੱਥੇ ਬੈਠਾ ਹੁੰਦਾ ਸ਼ਾਇਦ 22 ਬੰਦੇ ਮੈਂ ਰਾਤ ਨੂੰ ਉੱਥੇ ਲੈ ਕੇ ਨਹੀਂ ਪਹੁੰਚ ਸਕਦਾ ਸੀਗਾ, ਲੇਕਿਨ ਬਲੱਡ ਬੈਂਕ ਦੀ ਵਿਵਸਥਾ ਸੀ, ਬਲੱਡ ਬੈਂਕ ਦੀ ਸਟਾਕ ਸੀ ਤਾਂ ਉਸ ਪੇਸ਼ੈਂਟ ਦੀ ਜਾਨ ਬਚ ਪਾਈ। ਸਵੇਰੇ ਉਸ ਦਾ ਆਪਰੇਟ ਹੋਇਆ, ਰਾਤ ਨੂੰ ਬੜੀ ਕੋਸ਼ਿਸ਼ਾਂ ਜਾਰੀ ਰੱਖੀਆਂ ਕਿ ਬਲੀਡਿੰਗ ਬੰਦ ਹੋ ਜਾਏ, ਪਾਣੀ ਦੀ ਤਰ੍ਹਾਂ ਬਲੱਡ ਨਿਕਲਿਆ। 22 ਯੂਨਿਟ ਕਹਿਣਾ ਬਹੁਤ ਸੌਖਾ ਹੈ, ਤਾਂ ਜੇ ਉਸ ਪੇਸ਼ੈਂਟ ਦੇ ਵਾਸਤੇ 22 ਯੂਨਿਟ ਕੀ ਛੱਡ ਕੇ 10 ਯੂਨਿਟ ਵੀ ਨਾ ਪਿਆ ਹੁੰਦਾ ਸ਼ਾਇਦ ਉਹ ਪੇਸ਼ੈਂਟ ਇਸ ਦੁਨੀਆ ਵਿੱਚ ਨਾ ਹੁੰਦਾ। ਤਾਂ ਉਸ ਦਿਨ ਅਸੀਂ 2 ਜ਼ਿੰਦਗੀਆਂ ਪਰਮਾਤਮਾ ਦੀ ਕਿਰਪਾ ਨਾਲ ਬਚੀਆਂ, ਇੱਕ ਬੱਚੇ ਦੀ ਔਰ ਇੱਕ ਮਾਂ ਦੀ। ਥੈਲੇਸੀਮੀਆ ਦੀ ਗੱਲ ਕਰੀਏ, ਥੈਲੇਸੀਮੀਆ ਕੈਂਸਰ ਦੇ ਨਾਲ ਹੁੰਦਾ ਜਾਂ ਹੋਰ ਵੀ ਕਈ ਬਿਮਾਰੀਆਂ ਹੁੰਦੀਆਂ ਨੇ ਜਿਸ ਕਰਕੇ ਖੂਨ ਨੂੰ ਬਦਲਣਾ ਪੈਂਦਾ 10 ਦਿਨ ਬਾਅਦ। ਕਿੰਨੇ ਬੱਚੇ ਤੁਹਾਡੇ ਕੋਲ ਥੈਲੇਸੀਮੀਆ ਦੇ ਇਸ ਸਮੇਂ ਮੌਜੂਦ ਨੇ? ਸਰ 2017 ਦੇ ਵਿੱਚ ਅਸੀਂ ਲਗਭਗ 35 ਤੋਂ 40 ਜਿਹੜੇ ਬੱਚੇ ਸੀ ਥੈਲੇਸੀਮੀਆ ਅਡਾਪਟ ਕੀਤੇ ਸੀ, ਔਰ ਉਸ ਤੋਂ ਬਾਅਦ ਡਿਊ ਟੂ ਕੋਵਿਡ ਜੋ ਬੱਚੇ ਲੁਧਿਆਣਾ, ਫਰੀਦਕੋਟ, ਬਠਿੰਡਾ ਜਾਂ ਗੰਗਾਨਗਰ ਬਲੱਡ ਲਗਵਾਉਣ ਜਾਂਦੇ ਸੀ, ਉੱਥੇ ਬਲੱਡ ਦੀ ਸ਼ਾਰਟੇਜ ਆਉਣ ਕਰਕੇ ਫਾਜ਼ਿਲਕਾ ਦੇ ਵਿੱਚ ਆ ਗਏ। ਸਾਡੇ ਕੋਲ ਇਹ ਕੇਸ 43 ਦੇ ਨੀਅਰ ਅਬਾਊਟ ਹੋ ਗਏ, ਲੇਕਿਨ 2-3 ਸਾਲਾਂ ਦੇ ਵਿੱਚ ਸਾਡੇ ਕੋਲ 5-6 ਬੱਚੇ ਰੱਬ ਨੂੰ ਪਿਆਰੇ ਹੋ ਚੁੱਕੇ ਹੈ। ਕਿਉਂਕਿ ਤੁਸੀਂ ਥੈਲੇਸੀਮੀਆ ਦੀ ਗੱਲ ਕੀਤੀ ਹੈ, ਮੈਂ ਛੋਟੀ ਜਿਹੀ ਜਾਣਕਾਰੀ ਦੇਣਾ ਚਾਹਾਂਗਾ। ਥੈਲੇਸੀਮੀਆ ਇੱਕ ਕੈਂਸਰ ਕਹਿ ਸਕਦੇ ਹਾਂ ਆਪਾਂ, ਜੋ ਬੱਚਾ ਆਪਣੀ ਮਾਂ ਦੇ ਗਰਭ ਤੋਂ ਲੈ ਕੇ ਪੈਦਾ ਹੁੰਦਾ ਹੈ। ਤਾਂ ਇਹ ਹੁੰਦਾ ਕਿਵੇਂ ਹੈ, ਅਗਰ ਇੱਕ ਮਾਈਨਰ ਲੜਕੀ ਦੀ ਸ਼ਾਦੀ ਮਾਈਨਰ ਲੜਕੇ ਨਾਲ ਹੋ ਜਾਂਦੀ ਹੈ ਤਾਂ 25% ਚਾਂਸਿਸ ਨੇ ਕਿ ਉਹ ਜਿਹੜਾ ਬੱਚਾ ਹੈ ਥੈਲੇਸੀਮੀਆ ਮੇਜਰ ਪੈਦਾ ਹੋ ਜਾਂਦਾ ਹੈ। ਤਾਂ ਇਸ ਨੂੰ ਬਚਾਇਆ ਜਾ ਸਕਦਾ ਹੈ, ਇਹ ਚੀਜ਼ ਆਪਣੇ ਹੱਥ 'ਚ ਹੈ। ਲੋਕ ਕੁੰਡਲੀ ਮਿਲਾਉਂਦੇ ਨੇ, ਕੁੰਡਲੀ ਮਿਲਾਉਣ ਤੋਂ ਪਹਿਲਾਂ ਜੇਕਰ ਇੱਕ HbA2 ਟੈਸਟ ਜਿਹਨੂੰ ਆਪਾਂ ਥੈਲੇਸੀਮੀਆ ਟੈਸਟ ਨਾਲ ਜਾਣਦੇ ਹਾਂ ਉਹ ਚੈੱਕ ਕਰਾ ਲਿਆ ਜਾਏ ਕਿ ਤੁਸੀਂ ਥੈਲੇਸੀਮੀਆ ਮਾਈਨਰ ਤਾਂ ਨਹੀਂ ਹੋ। ਥੈਲੇਸੀਮੀਆ ਮਾਈਨਰ ਹੋਣਾ ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਜੇਕਰ ਲੜਕੀ ਵੀ ਥੈਲੇਸੀਮੀਆ ਮਾਈਨਰ ਹੋ ਜਾਂਦੀ ਹੈ ਤਾਂ ਤੁਹਾਡੀ ਸੰਤਾਨ 25% ਚਾਂਸਿਸ ਹੈ ਕਿ ਉਹ ਥੈਲੇਸੀਮੀਆ ਮੇਜਰ ਪੈਦਾ ਹੋ ਜਾਏਗੀ। ਔਰ ਜੋ ਅੱਜ 30 ਜਾਂ 35 ਬੱਚੇ ਸ਼ਿਕਾਰ ਨੇ, ਹਰ 10 ਦਿਨਾਂ ਬਾਅਦ ਉਹਨਾਂ ਬੱਚਿਆਂ ਨੂੰ ਬਲੱਡ ਦੀ ਜ਼ਰੂਰਤ ਪੈਂਦੀ ਹੈ। ਔਰ ਉਹਨਾਂ ਦੀ ਲਾਈਫ ਪਰਮਾਤਮਾ ਲੰਬੀ ਕਰੇ, ਕਿਉਂਕਿ ਇਸ ਦਾ ਇਲਾਜ ਬਹੁਤ ਮਹਿੰਗਾ ਹੈ ਔਰ ਡੋਨਰ ਬੋਨ ਮੈਰੋ ਸੈੱਲ ਡੋਨੇਟ ਕਰਨੇ ਪੈਂਦੇ ਨੇ 10 ਲੱਖ, ਮਗਰ 1% ਮੈਚ ਹੁੰਦਾ ਜਿਹਨੂੰ ਆਪਾਂ DNA ਮੈਚ ਕਹਿੰਦੇ ਆ। ਤਾਂ ਬੜਾ ਔਖਾ ਪ੍ਰੋਸੈਸ ਹੈ, ਤਾਂ ਇਸ ਚੀਜ਼ ਨੂੰ ਆਪਾਂ ਰੋਕਿਆ ਜਾ ਸਕਦਾ ਹੈ ਥੋੜੀ ਜਿਹੀ ਅਵੇਅਰਨੈਸ, ਥੋੜੀ ਜਿਹੀ ਜਾਗਰੂਕਤਾ ਦੇ ਨਾਲ। ਔਰ ਫਾਜ਼ਿਲਕਾ ਦੇ ਵਿੱਚ 35 ਬੱਚੇ ਨੇ ਜਿਨ੍ਹਾਂ ਨੂੰ ਹਰ 10 ਦਿਨਾਂ ਬਾਅਦ ਬਲੱਡ ਦੀ ਜ਼ਰੂਰਤ ਪੈਂਦੀ ਹੈ ਔਰ ਬਲੱਡ ਲੱਗਦਾ ਹੈ। ਸਾਡੀ ਸੁਸਾਇਟੀ ਉਹਨਾਂ ਬੱਚਿਆਂ ਲਈ ਕੰਮ ਕਰ ਰਹੀ ਹੈ ਤਾਂ ਕਿ ਉਹ ਬੱਚਿਆਂ ਨੂੰ ਬਲੱਡ ਦੀ ਪ੍ਰੋਬਲਮ ਨਾ ਆਏ, ਸਮੱਸਿਆ ਨਾ ਆਏ, ਜਿਹਦੇ ਕਰਕੇ ਰੈਗੂਲਰ ਬਲੱਡ ਡੋਨੇਸ਼ਨ ਕੈਂਪ ਲੱਗਦੇ ਆ। ਥੈਲੇਸੀਮੀਆ ਦੇ ਜੋ ਬੱਚੇ ਨੂੰ ਬਲੱਡ ਤੁਸੀਂ ਡੋਨੇਟ ਕਰਦੇ ਹੋ ਜਾਂ ਬਲੱਡ ਉਹਨਾਂ ਨੂੰ ਚੜਦਾ ਹੈ ਤਾਂ ਕਿੰਨੀ ਇਹਨਾਂ ਦੀ ਏਜ ਹੁੰਦੀ ਹੈ, ਕਿੰਨੀ ਏਜ ਤੱਕ ਇਹ ਆਪਣੀ ਜ਼ਿੰਦਗੀ ਜੀ ਸਕਦੇ ਨੇ? ਸਰ ਦੇਖੋ, ਮੇਰੇ ਕੋਲ ਅਧਿਕਾਰ ਨਹੀਂ ਹੈ ਕਿਉਂਕਿ ਜੀਵਨ ਔਰ ਮਰਨ ਪਰਮਾਤਮਾ ਦੇ ਹੱਥ 'ਚ ਹੈ, ਲੇਕਿਨ ਜਿਨ੍ਹਾਂ ਕੋ ਅਸੀਂ ਪ੍ਰੈਕਟੀਕਲ ਦੇਖਿਆ ਹੈ, ਸਾਡੇ ਕੋਲ ਜਿਹੜੇ ਬੱਚੇ 20-22 ਸਾਲ ਦੇ ਬੱਚੇ ਸੀ ਉਹ ਡੈਥ ਦਾ ਸ਼ਿਕਾਰ ਹੋ ਗਏ, ਮੌਤ ਦਾ ਸ਼ਿਕਾਰ ਹੋ ਗਏ। ਕੁਝ ਛੋਟੇ ਵੀ ਸੀ 5-7 ਸਾਲ ਦੇ ਵੀ, ਕਿਉਂਕਿ ਇਹ ਫੈਮਿਲੀ ਦੇ ਸਟਰਕਚਰ ਤੇ ਡਿਪੈਂਡ ਕਰਦਾ ਹੈ, ਫੈਮਿਲੀ ਦਾ ਮਾਹੌਲ ਤੇ ਡਿਪੈਂਡ ਕਰਦਾ ਹੈ। ਇੱਕ ਕਿਉਂਕਿ ਇਸ ਲਈ ਪੂਰੀ ਸਾਊਂਡ ਫੈਮਿਲੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਜਿਨ੍ਹਾਂ ਦੀ ਆਰਥਿਕ ਹਾਲਾਤ ਠੀਕ ਹੋਣ, ਬੱਚੇ ਨੂੰ ਪ੍ਰੋਪਰ ਡਾਈਟ, ਬੱਚੇ ਨੂੰ ਪ੍ਰੋਪਰ ਮੈਡੀਸਨ, ਕਿਉਂਕਿ ਜਿਸ ਬੱਚੇ ਨੂੰ ਮੈਡੀਸਨ ਲੱਗਦੀ ਹੈ ਇੱਕ ਦਿਨ ਦੀ 250 ਤੋਂ 500 ਦੀ ਮੈਡੀਸਨ ਹੈ ਜੋ ਬੱਚੇ ਨੂੰ ਖਾਣੀ ਪੈਂਦੀ ਹੈ। ਔਰ ਬਲੱਡ ਤਾਂ ਵੱਖਰਾ ਲੱਗਣਾ ਹੈ, ਉਸ ਤੋਂ ਇਲਾਵਾ ਉਸਦੀ ਪਰਵਰਿਸ਼, ਕੀ ਖਾਣਾ ਹੈ ਕੀ ਨਹੀਂ ਖਾਣਾ। ਉਹ ਬੱਚਾ ਇੱਕ ਆਇਰਨ ਵਾਲੀ ਚੀਜ਼ਾਂ ਨਹੀਂ ਖਾ ਸਕਦਾ, ਪਪੀਤਾ ਨਹੀਂ ਖਾ ਸਕਦਾ, ਸੇਬ ਨਹੀਂ ਖਾ ਸਕਦਾ, ਕੀਵੀ ਨਹੀਂ ਖਾ ਸਕਦਾ। ਬੜੀਆਂ ਚੀਜ਼ਾਂ ਦੀ ਰਿਸਟ੍ਰਿਕਸ਼ਨਸ ਨੇ ਉਹਨਾਂ ਦੇ ਵਾਸਤੇ, ਬੱਚਿਆਂ ਵਾਸਤੇ। ਤਾਂ ਉਹਨਾਂ ਬੱਚਿਆਂ ਲਈ ਸਾਡਾ ਪ੍ਰਾਇੋਰਟੀ ਰਹਿੰਦੀ ਹੈ ਕਿ ਉਹ ਬੱਚਿਆਂ ਨੂੰ ਬਲੱਡ ਮਿਲੇ ਔਰ ਉਹਨਾਂ ਨੂੰ ਮਿਲੇ ਲੱਗੇ, ਕਿਉਂਕਿ ਉਹ ਬੱਚਿਆਂ ਲਈ ਮੌਕੇ ਤੇ ਬਲੱਡ ਡੋਨੇਟ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਨਾਂ ਨੂੰ PRBC ਬਲੱਡ ਚਾਹੀਦਾ, ਫਿਲਟਰ ਬਲੱਡ ਚਾਹੀਦਾ, ਪਲਾਜ਼ਮਾ ਰਹਿਤ ਬਲੱਡ ਚਾਹੀਦਾ। ਔਰ ਪਲਾਜ਼ਮਾ ਰਹਿਤ ਬਲੱਡ ਉਦੋਂ ਹੀ ਹੋਊਗਾ ਜਦੋਂ ਆਪਾਂ ਡੋਨੇਟ ਕਰ ਦਿਆਂਗੇ ਔਰ ਉਸ ਦਾ ਪਲਾਜ਼ਮਾ ਰਿਮੂਵ ਕਰਕੇ ਉਹਨਾਂ ਬੱਚਿਆਂ ਨੂੰ ਚੜਾਇਆ ਜਾਏਗਾ। ਪੂਰੇ ਪੰਜਾਬ ਦੇ ਵਿੱਚ, ਚਲੋ ਆਪਾਂ ਭਾਰਤ ਦੀ ਗੱਲ ਨਹੀਂ ਕਰਦੇ ਕਿਉਂਕਿ ਹੁਣ ਤਾਂ ਕੋਵਿਡ ਕਰਕੇ ਕਈ ਲੋਕ ਡਰੇ ਹੋਏ ਨੇ, ਪੂਰੇ ਪੰਜਾਬ 'ਚ ਕਿਤੇ ਵੀ ਬਲੱਡ ਦੀ ਲੋੜ ਪੈਂਦੀ ਹੈ ਤੁਸੀਂ ਮੁਹੱਈਆ ਕਰਵਾ ਦਿੰਦੇ ਹੋ? ਸਰ ਮੈਂ ਆਪਣੀ ਗੱਲ ਕਰਾਂਗਾ, ਮੈਂ ਮੁਹੱਈਆ ਨਹੀਂ ਕਰਾਂਦਾ। ਸਾਨੂੰ ਜਦੋਂ ਕਾਲ ਆਉਂਦੀ ਹੈ ਅਸੀਂ ਉੱਥੋਂ ਦੀ ਟੀਮਾਂ ਨਾਲ ਸੰਪਰਕ ਕਰਦੇ ਹਾਂ, ਉੱਥੋਂ ਦੀ ਟੀਮਾਂ ਉਹਨਾਂ ਨੂੰ ਮੁਹੱਈਆ ਕਰਵਾ ਕੇ ਦਿੰਦੀਆਂ ਨੇ। ਜੇ ਸਾਨੂੰ ਲੁਧਿਆਣੇ ਦੀ ਕਾਲ ਆਉਂਦੀ ਹੈ ਤਾਂ ਲੁਧਿਆਣੇ ਸਾਡੇ ਬੜੇ ਸੁਸਾਇਟੀਜ਼ ਬੈਠੀ ਹੈ, ਅਜੇ ਜੈਨ ਜੀ ਬੈਠੇ ਹੈ, ਵਾਹਿਗੁਰੂ ਬਲੱਡ ਸੇਵਾ ਵਾਲੇ, ਸੁਖਮਿੰਦਰ ਕੈਰੋ ਜੀ ਬੈਠੇ ਹੈ, ਰਹਿਰਾਜ ਸੇਵਾ ਸੁਸਾਇਟੀ ਵਾਲੇ ਸਤਿੰਦਰ ਜੀ ਬੈਠੇ ਹੈ। ਤਾਂ ਅਸੀਂ ਉਹਨਾਂ ਨੂੰ ਜਦੋਂ ਨੰਬਰ ਸ਼ੇਅਰ ਕਰਦੇ ਹਾਂ, ਉਹਨਾਂ ਨੂੰ ਪਹਿਲਾਂ ਕੰਟੈਕਟ ਕਰਦੇ ਹਾਂ ਕਿ ਫਲਾਣੇ ਪਰਸਨ ਨੂੰ ਇਸ ਬਲੱਡ ਗਰੁੱਪ ਦੀ ਜ਼ਰੂਰਤ ਹੈ। ਫਿਰ ਉਹ ਕਹਿੰਦੇ ਕਿ ਸਾਡਾ ਨੰਬਰ ਦਿਓ, ਫਿਰ ਉਹਨਾਂ ਦਾ ਡੋਨਰ ਦਾ ਟਾਈਮ ਅਪ ਹੋ ਜਾਂਦਾ ਕਿ ਡੋਨਰ ਕਿੰਨੇ ਵਜੇ ਉਹਨਾਂ ਕੋਲ ਪਹੁੰਚ ਰਿਹਾ। ਕਿਉਂਕਿ ਵੱਡੇ ਹਸਪਤਾਲਾਂ ਦੇ ਵਿੱਚ ਇੱਕਦਮ ਨਹੀਂ ਕਿਹਾ ਜਾਂਦਾ ਕਿ ਤੁਸੀਂ ਬਲੱਡ ਇਕੱਠਾ ਕਰੋ। ਜਦੋਂ ਕੋਈ ਐਮਰਜੈਂਸੀ ਹੁੰਦੀ ਹੈ, ਇੰਨਾ ਕੁ ਸਟਾਕ ਉਹਨਾਂ ਕੋਲ ਹੁੰਦਾ ਹੈ ਕਿ ਐਮਰਜੈਂਸੀ ਨੂੰ ਪੂਰਾ ਕਰ ਦਿੱਤਾ ਜਾਏ, ਲੇਕਿਨ ਉਹਨਾਂ ਨੂੰ ਹੁੰਦਾ ਕਿ ਸਾਨੂੰ ਬਲੱਡ ਵੀ ਚਾਹੀਦਾ ਹੈ, ਤਾਂ ਫਿਰ ਡੋਨਰ ਉਹਨਾਂ ਨੂੰ ਆ ਕੇ ਬਲੱਡ ਦੇ ਜਾਂਦਾ ਹੈ। ਉਹ ਟੀਮਾਂ ਹੀ ਉੱਥੋਂ ਕਰਵਾ ਕੇ ਦਿੰਦੀਆਂ, ਕਿਉਂਕਿ ਜਦੋਂ ਸਾਨੂੰ ਕਾਲ ਆਉਂਦੀ ਹੈ ਅਸੀਂ ਉਹਨਾਂ ਨੂੰ ਟੀਮਾਂ ਦਾ ਨੰਬਰ ਪ੍ਰੋਵਾਈਡ ਕਰਾ ਕੇ ਡਾਇਰੈਕਟ ਉਹਨਾਂ ਦੀ ਟੀਮ ਨਾਲ ਕੰਟੈਕਟ ਹੋ ਜਾਂਦਾ ਹੈ ਔਰ ਉਹਨਾਂ ਕੋਲ ਡੋਨਰ ਪਹੁੰਚ ਜਾਂਦਾ ਹੈ ਔਰ ਡੋਨਰ ਬਲੱਡ ਡੋਨੇਟ ਕਰਦਾ ਹੈ। ਰਿਪਲੇਸਮੈਂਟ ਦਾ ਕੀ ਹੁੰਦਾ? ਤੁਸੀਂ ਨੰਬਰ ਆਫ ਗੇਮ ਕਹਦੇ ਸੀ, ਇਹ ਕੀ ਚੀਜ਼ ਹੁੰਦੀ ਹੈ? ਸਰ ਨੰਬਰ ਆਫ ਗੇਮ ਇਹ ਹੁੰਦੀ ਹੈ ਕਿ ਰਿਪਲੇਸਮੈਂਟ ਦੇਖੋ, ਮੇਰੇ ਮਾਇਨੇ ਦੇ ਵਿੱਚ ਮੋਦੀ ਸਾਹਿਬ, ਆਪਣੇ ਨਰਿੰਦਰ ਮੋਦੀ ਜੀ, ਉਹਨਾਂ ਨੇ 2018 ਦੇ ਵਿੱਚ ਇੱਕ ਨੈਕੋ ਨੇ ਕਾਨੂੰਨ ਪਾਸ ਕੀਤਾ ਸੀ ਕਿ ਵੱਧ ਤੋਂ ਵੱਧ VBD ਪ੍ਰਮੋਟ ਕੀਤੀ ਜਾਏ, ਵੋਲੰਟਰੀ ਬਲੱਡ ਡੋਨੇਸ਼ਨ। ਮਤਲਬ ਤੁਹਾਡੇ ਬਲੱਡ ਬੈਂਕ ਦੇ ਵਿੱਚ ਬਲੱਡ ਹਰ ਸਮੇਂ ਮੌਜੂਦ ਰਹੇ, ਤੁਹਾਨੂੰ ਸਿੰਗਲ ਯੂਨਿਟ ਦੀ ਡੋਨੇਸ਼ਨ ਦੇਣ ਵਾਸਤੇ ਨਾ ਆਉਣਾ ਪਏ। ਲੇਕਿਨ ਕੋਵਿਡ ਆ ਗਿਆ, ਉਸ ਤੋਂ ਬਾਅਦ ਇਹ ਕਿਤੇ ਨਾ ਕਿਤੇ ਚੀਜ਼ ਦੀ ਖੜੋਤ ਆ ਗਈ, ਨਹੀਂ ਹੋ ਪਾਈ, ਅੱਗੇ ਨਹੀਂ ਵੱਧ ਪਾਇਆ। ਫਾਜ਼ਿਲਕਾ ਨੂੰ ਅਸੀਂ ਇਹ ਚੀਜ਼ 2017 ਤੋਂ ਅਚੀਵ ਕਰ ਚੁੱਕੇ ਸੀਗੇ। 2018 ਦੇ ਵਿੱਚ ਇਹ ਏਜੰਡਾ ਸਾਡੇ ਕੋਲ ਆਇਆ, ਅਸੀਂ ਉਸ ਨੂੰ 2017 ਅਚੀਵ ਕਰ ਚੁੱਕੇ ਸੀ। ਇਹਦੇ 'ਚ ਰੀਜ਼ਨ ਇਹ ਹੁੰਦਾ ਹੈ ਕਿ ਸਿੰਗਲ ਯੂਨਿਟ ਡੋਨੇਸ਼ਨ ਬੈਨ ਕਿਉਂ ਕੀਤੀ ਗੌਰਮੈਂਟ ਨੇ, ਕਿਉਂ ਹਾਰਮਫੁਲ ਹੈ।
ਦੇਖੋ ਜਦੋਂ ਵੀ ਤੁਸੀਂ ਬਲੱਡ ਦੇਣ ਜਾ ਰਹੇ ਹੋ, ਤੁਹਾਡਾ ਉਹ ਬਲੱਡ ਨੋਟ ਤੁਸੀਂ ਦਿੱਤਾ ਉਹਨੇ ਪਰਸਨ ਵਾਸਤੇ ਬਲੱਡ, ਉਸ ਪਰਸਨ ਨੂੰ ਤੁਹਾਡਾ ਬਲੱਡ ਨਹੀਂ ਲੱਗੇਗਾ, ਉਸ ਪਰਸਨ ਨੂੰ ਤੁਹਾਡਾ ਬਲੱਡ ਨਹੀਂ ਲੱਗੇਗਾ। ਇੱਕ ਗਲਤ ਸੋਚ ਹੈ ਕਿ ਜਿਹੜਾ ਤੁਸੀਂ ਆਪਣਾ ਬਲੱਡ ਦੇ ਰਹੇ ਹੋ ਉਹਨੂੰ ਉਹੀ ਬਲੱਡ ਲੱਗੇਗਾ। ਸ਼ਾਇਦ 2-4-5% ਕੇਸ ਵਿੱਚ ਹੋ ਸਕਦਾ ਜਿੱਥੇ ਬਲੱਡ ਦੀ ਕੋਈ ਵੀ ਵਿਵਸਥਾ ਨਹੀਂ ਹੈ, ਉਹਨਾਂ ਕੋਲ ਇੱਕ ਯੂਨਿਟ ਵੀ ਨਹੀਂ ਪਿਆ, ਤੁਸੀਂ ਮੌਕੇ ਤੇ ਦਿਓਗੇ, ਉਹਦੀ ਟੈਸਟਿੰਗ ਹੋਏਗੀ ਫਿਰ ਮਿਲੇਗਾ। ਫਿਰ ਇਹਦਾ ਟੈਸਟਿੰਗ ਪ੍ਰੋਸੈਸ 3 ਤੋਂ 4 ਘੰਟੇ ਦਾ ਮਿਨੀਮਮ 3 ਤੋਂ 4 ਘੰਟੇ ਦਾ ਪ੍ਰੋਸੈਸ ਹੈ। ਅਗਰ ਇੱਕ ਡਿਲੀਵਰੀ ਮਹਿਲਾ ਹੈ ਉਸ ਨੂੰ ਬਲੱਡ ਦੀ ਜ਼ਰੂਰਤ ਪੈ ਗਈ, ਉਹਨੂੰ ਜੇ ਅੱਧੇ ਘੰਟੇ ਦੇ ਵਿੱਚ ਬਲੱਡ ਨਹੀਂ ਮਿਲਿਆ ਤਾਂ ਉਹ 4 ਘੰਟੇ ਵੇਟ ਨਹੀਂ ਕਰੇਗੀ। ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ 22 ਯੂਨਿਟ ਉਸ ਲੇਡੀਜ਼ ਨੂੰ ਬਲੱਡ ਲੱਗ ਗਿਆ, ਅਗਰ ਮੈਂ ਰਾਤ ਨੂੰ 22% ਲੈ ਕੇ ਵੀ ਹਾਜ਼ਰ ਹੋ ਜਾਂਦਾ ਤਾਂ 22 ਇਕੱਠੇ ਵੀ ਆ ਜਾਂਦੇ ਤਾਂ ਮਿਨੀਮਮ 4 ਘੰਟੇ ਤਾਂ ਉਸ ਨੂੰ ਲੱਗਦੇ ਟੈਸਟ ਕਰਨ ਵਾਸਤੇ ਕਿ ਉਹ 4 ਘੰਟੇ ਮਹਿਲਾ ਜਿੰਦਾ ਰਹਿ ਪਾਉਂਦੀ। ਤਾਂ ਇਹ ਜਿਹੇ ਕਈ ਹਾਲਾਤ ਨੇ, ਕਈ ਐਗਜ਼ਾਮਪਲਸ ਨੇ ਜਿੰਦੇ ਵਿੱਚ ਪ੍ਰੋਬਲਮਸ ਆਉਂਦੀਆਂ। ਮੈਂ ਤੁਹਾਨੂੰ ਥੈਲੇਸੀਮੀਆ ਦੀ ਗੱਲ ਕੀਤੀ, ਉਹ ਬੱਚੇ ਨੂੰ ਪਲਾਜ਼ਮਾ ਰਹਿਤ ਬਲੱਡ ਚਾਹੀਦਾ ਹੈ। ਪਲਾਜ਼ਮਾ ਕਿਵੇਂ ਰਿਮੂਵ ਹੋਏਗਾ? ਜੇਕਰ ਉਸ ਬਲੱਡ ਦੀ ਫਰੀਜ਼ਿੰਗ 24 ਤੋਂ 48 ਘੰਟੇ ਦੀ ਹੋਏਗੀ। ਤੁਸੀਂ ਬਲੱਡ ਦਿੱਤਾ, ਬਲੱਡ ਦੇ ਕੇ ਤੁਸੀਂ ਤਾਂ ਚਲੇ ਗਏ, ਉਹਨੂੰ 24 ਘੰਟੇ ਤੋਂ ਬਾਅਦ ਉਹਨੂੰ ਬਲੱਡ ਇਸ਼ੂ ਹੋਏਗਾ ਮਿਨੀਮਮ। ਟੈਸਟ ਤਾਂ 4 ਘੰਟੇ 'ਚ ਹੋ ਗਏ, ਲੇਕਿਨ ਪਲਾਜ਼ਮਾ ਰਹਿਤ ਕਰਨਾ ਹੈ, ਉਸ ਨੂੰ ਰਿਮੂਵ ਕਿਵੇਂ ਹੋਏਗਾ? ਪਲਾਜ਼ਮਾ ਕਿਵੇਂ ਬਣੇਗਾ? ਜਦੋਂ ਫਰੀਜ਼ਿੰਗ ਹੋਏਗਾ, ਪਲਾਜ਼ਮਾ ਉੱਪਰ ਆਏਗਾ, ਉਸ ਨੂੰ ਰਿਮੂਵ ਕੀਤਾ ਜਾਏਗਾ। ਤਾਂ ਉਸ ਬੱਚੇ ਲਈ ਤਾਂ ਉਸ ਨੂੰ ਬਲੱਡ ਕੰਮ ਦਾ ਹੀ ਨਹੀਂ ਆਇਆ। ਉਸ ਐਮਰਜੈਂਸੀ ਡੋਨੇਸ਼ਨ ਦਾ ਫਾਇਦਾ ਕੀ ਹੋਇਆ ਆਪਾਂ ਨੂੰ? ਬੱਚੇ ਨੂੰ ਬਲੱਡ ਅੱਜ ਚਾਹੀਦਾ ਸੀ, ਉਸ ਨੂੰ ਕੱਲ੍ਹ ਲੱਗ ਰਿਹਾ ਹੈ, ਕੀ ਪਤਾ ਉਹ ਬੱਚਾ ਬਲੱਡ ਦੀ ਵਜ੍ਹਾ ਕਰਕੇ ਕੱਲ੍ਹ ਦਾ ਦਿਨ ਜਿੰਦਾ ਰਹਿ ਪਵੇ ਜਾਂ ਨਾ ਰਹਿ ਪਵੇ, ਇਸ ਚੀਜ਼ ਦੀ ਕੀ ਗਰੰਟੀ ਹੈ? ਤਾਂ ਹਾਲਾਤ ਇਸ ਤਰ੍ਹਾਂ ਦੇ ਪੈਦਾ ਕਰੋ ਕਿ ਆਪਣੇ ਬਲੱਡ ਬੈਂਕ ਦੇ ਵਿੱਚ ਬਲੱਡ ਦੀ ਵਿਵਸਥਾ ਬਣੀ ਰਵੇ। ਜਦੋਂ ਪੇਸ਼ੈਂਟ ਬਲੱਡ ਲੈਣ ਵਾਸਤੇ ਆਏ ਉਸ ਨੂੰ ਬਲੱਡ ਉਸੇ ਟਾਈਮ, ਜੋ ਬਲੱਡ ਬੈਂਕ ਦਾ ਪ੍ਰੋਸੈਸ ਹੈ 10-15-20 ਮਿੰਟ ਦਾ ਜੋ ਕਾਰਵਾਈ ਹੈ, ਟੈਸਟਿੰਗ ਹੈ, ਸੈਂਪਲ ਮੈਚਿੰਗ ਹੈ, ਉਨਾ ਹੀ ਟਾਈਮ ਲੱਗੇ ਉਸ ਨੂੰ ਬਲੱਡ ਮਿਲ ਜਾਏ। ਤੁਸੀਂ ਆਪਣੀ ਕਦੇ ਲਾਈਫ 'ਚ ਕੇਸ ਦੇਖਿਆ ਹੋਵੇ, ਤੁਹਾਨੂੰ ਫੋਨ ਕੀਤਾ ਹੋਵੇ ਕਿਸੇ ਨੇ ਕਿ ਬਲੱਡ ਦੀ ਲੋੜ ਹੈ ਪਰ ਤੁਸੀਂ ਪ੍ਰੋਵਾਈਡ ਨਾ ਕਰਵਾ ਪਾਏ ਹੋ, ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ? ਸਰ ਐਦਾਂ ਕਦੇ ਵੀ ਨਹੀਂ ਹੋਇਆ, ਪਰਮਾਤਮਾ ਕਦੇ ਵੀ ਕਿਸੇ ਨਾਲ ਵੀ ਨਾ ਕਰੇ। ਸਭ ਤੋਂ ਪਹਿਲਾਂ ਤਾਂ ਪਰਮਾਤਮਾ ਅੱਗੇ ਹੀ ਦੁਆ ਕਰਦੇ ਹਾਂ। ਖੂਨ ਬੜੀ ਕੀਮਤੀ ਚੀਜ਼ ਹੈ, ਜਿਨ੍ਹਾਂ ਨੂੰ ਬਲੱਡ ਨਹੀਂ ਮਿਲਦਾ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ। ਬਾਕੀ ਮੇਰੇ ਅਜੇ ਇਤਿਹਾਸ ਦੇ ਵਿੱਚ ਕੁਝ ਕਦੇ ਵੀ ਨਹੀਂ ਹੋਇਆ। ਹਾਂ, ਉਹਦੀ ਆਪਣੀ ਪ੍ਰੋਬਲਮ ਕਰਕੇ ਉਸ ਦੀ ਡੈਥ ਹੋ ਗਈ ਹੋਵੇ, ਇੱਕ ਅਲੱਗ ਗੱਲ ਹੈ। ਜੇ ਉਹ ਕੈਂਸਰ ਦਾ ਪੇਸ਼ੈਂਟ ਸੀ, ਅਸੀਂ ਉਸ ਨੂੰ ਬਲੱਡ ਪ੍ਰੋਵਾਈਡ ਕਰਾਤਾ, ਲੇਕਿਨ ਉਹ ਕੈਂਸਰ ਇੰਨਾ ਕੁ ਉਹਦੀ ਬੋਡੀ 'ਚ ਹਾਵੀ ਸੀ ਕਿ ਉਹ ਮਤਲਬ ਲਾਸਟ ਸਟੇਜ 'ਤੇ ਸੀਗਾ, ਉਹ ਇੱਕ ਅਲੱਗ ਮੈਟਰ ਹੈ। ਲੇਕਿਨ ਖੂਨ ਦੀ ਕਮੀ ਨਾਲ ਫਾਜ਼ਿਲਕਾ ਦੇ ਵਿੱਚ ਇਹ ਜੀ ਪ੍ਰੋਬਲਮ ਆਈ ਹੋਵੇ ਮੈਂ ਨਹੀਂ ਦੇਖਿਆ। ਲੇਕਿਨ ਥੈਲੇਸੀਮੀਆ ਬੱਚੇ ਜ਼ਰੂਰ ਸਾਡੇ ਕੋਲ ਗਏ ਆ ਕਿਉਂਕਿ ਉਹਨਾਂ ਦੀ ਲਾਈਫ ਬਹੁਤ ਸ਼ਾਰਟ ਹੈ। ਉਹ ਤਾਂ ਤੁਹਾਨੂੰ ਦੱਸਿਆ ਹੀ, ਹਰ 10 ਦਿਨਾਂ ਬਾਅਦ ਬਲੱਡ ਦੀ ਜ਼ਰੂਰਤ ਹੈ ਉਹਨਾਂ ਨੂੰ, ਲੇਕਿਨ ਉਹ ਬਲੱਡ ਦੀ ਵਜ੍ਹਾ ਕਰਕੇ ਨਹੀਂ ਗਈ। ਉਹਨਾਂ ਦਾ ਇੱਕ ਟਾਈਮ ਪੀਰੀਅਡ ਹੈ ਕਿ ਉਹਨਾਂ ਦੀ ਏਜ ਹੀ ਇੰਨੀ ਕੁ ਹੈ ਵਿਚਾਰਿਆਂ ਦੀ, ਕਿਉਂਕਿ ਉਸ ਨੂੰ ਹਰ 10 ਦਿਨਾਂ ਬਾਅਦ ਬਲੱਡ ਲੱਗਣਾ, ਓਪਰਾ ਬਲੱਡ ਚੜ੍ਹਨਾ, ਆਪਣੀ ਬੋਡੀ ਸਰਵਾਈਵ ਨਾ ਕਰ ਪਾਣਾ, ਇਹ ਚੀਜ਼ਾਂ ਦਾ ਸ਼ਿਕਾਰ ਹੋ ਜਾਂਦਾ। ਕਿੰਨਾ ਅੰਕੜਾ ਤੁਹਾਡੇ ਕੋਲ, ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਨੂੰ ਬਲੱਡ ਦੀ ਲੋੜ ਪੈਂਦੀ ਹੈ? ਸਰ ਫਾਜ਼ਿਲਕਾ ਦੀ ਗੱਲ ਕਰਾਂਗਾ ਕਿਉਂਕਿ ਮੈਂ ਫਾਜ਼ਿਲਕਾ ਤਹਿਸੀਲ, ਫਾਜ਼ਿਲਕਾ ਸ਼ਹਿਰ ਦੀ ਗੱਲ ਕਰਾਂਗਾ। ਸਾਡੇ ਫਾਜ਼ਿਲਕਾ 'ਚ ਇੱਕੋ ਸਿਵਲ ਹਸਪੀਟਲ 'ਚ ਬਲੱਡ ਬੈਂਕ ਹੈ ਜਿੱਥੇ ਬਲੱਡ ਲੱਗਦਾ ਹੈ। ਜਲਾਲਾਬਾਦ ਫਾਜ਼ਿਲਕਾ ਦੇ ਅੰਡਰ, ਜਿਹਨੂੰ ਆਪਾਂ ਇੱਕ ਮਦਰ ਬਲੱਡ ਬੈਂਕ ਕਹਿ ਸਕਦੇ ਹਾਂ, ਇੱਕ ਬ੍ਰਾਂਚ ਕਹਿ ਸਕਦੇ ਹਾਂ। ਫਾਜ਼ਿਲਕਾ ਜਲਾਲਾਬਾਦ ਵਿੱਚ ਮੰਥਲੀ 70 ਤੋਂ 80 ਯੂਨਿਟ ਦੀ ਡੋਨੇਸ਼ਨ ਖਪਤ ਹੁੰਦੀ ਹੈ। ਉੱਥੇ ਡੋਨੇਸ਼ਨ ਨਹੀਂ ਹੁੰਦੀ, ਫਾਜ਼ਿਲਕਾ ਤੋਂ ਬਲੱਡ ਇਸ਼ੂ ਕੀਤਾ ਜਾਂਦਾ ਬਲੱਡ ਬੈਂਕ ਨੂੰ, ਬ੍ਰਾਂਚ ਹੈ ਇਹਨਾਂ ਦੀ। ਔਰ ਫਾਜ਼ਿਲਕਾ ਦੇ ਵਿੱਚ 5000 ਤੋਂ 5.5000 ਸਾਲਾਨਾ ਯੂਨਿਟ ਦੀ ਖਪਤ ਹੈ। ਛੋਟਾ ਜਿਹਾ ਸ਼ਹਿਰ ਹੈ ਜਿੱਥੇ ਮੈਡੀਕਲ ਫੈਸਿਲਿਟੀਜ਼ ਬਹੁਤ ਘੱਟ ਨੇ, ਪਰ ਫਿਰ ਵੀ 5000 ਯੂਨਿਟ ਦਾ ਮਤਲਬ ਇਹ ਹੋ ਗਿਆ ਕਿ 400 ਤੋਂ 450 ਪਰ ਮੰਥ, ਇੱਕ ਬਹੁਤ ਵੱਡਾ ਅੰਕੜਾ ਹੈ। ਔਰ ਸਾਡੀ ਸੁਸਾਇਟੀ ਦੁਆਰਾ ਟਾਈਮ ਟੂ ਟਾਈਮ ਬਲੱਡ ਕੈਂਪ ਲਗਾ ਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੂਰਾ ਬਲੱਡ ਬੈਂਕ ਨੂੰ ਬਲੱਡ ਦਈਏ, ਕਿੱਥੇ ਵੀ ਪੇਸ਼ੈਂਟ ਨੂੰ ਪਰੇਸ਼ਾਨੀ ਨਾ ਆਏ। ਔਰ 2017 ਤੋਂ ਲੈ ਕੇ ਟਿਲ ਅੱਜ ਤੱਕ ਮੈਂ ਗੱਲ ਕਰਾਂ ਤਾਂ ਹਰ ਸਾਲ ਸਾਡੇ 4000 ਤੋਂ ਪਲੱਸ ਯੂਨਿਟ ਦੀ ਡੋਨੇਸ਼ਨ ਹੋ ਰਹੀ ਹੈ 35 ਤੋਂ 40 ਕੈਂਪਾਂ ਦੇ ਵਿੱਚ। ਹਾਲ ਦੀ ਘੜੀ ਮੈਂ ਜਨਵਰੀ ਮਹੀਨੇ 2022 ਦੀ ਗੱਲ ਕਰਾਂ ਤਾਂ 490 ਯੂਨਿਟ ਦੀ ਡੋਨੇਸ਼ਨ ਅਸੀਂ ਇਸ ਮੰਥ ਕਰਾ ਚੁੱਕੇ ਹਾਂ, ਹਲੇ ਜਨਵਰੀ ਚੱਲ ਰਿਹਾ। ਮਤਲਬ ਹੋਰ ਸਵਾਲ ਹੈ ਕਿ ਬਲੱਡ ਨੂੰ ਲੈ ਕੇ ਮਤਲਬ ਪਲੇਸਮੈਂਟ ਦੀ ਗੱਲ ਕੀਤੀ ਹੈ। ਜਦੋਂ ਕੋਈ ਵੀ ਪੇਸ਼ੈਂਟ ਜਾਂਦਾ, ਕਿਸੇ ਨੂੰ ਨਹੀਂ ਪਤਾ ਹੁੰਦਾ ਬਲੱਡ ਬਾਰੇ, ਜਦੋਂ ਪਲੇਸਮੈਂਟ ਮੰਗੀ ਜਾਂਦੀ ਹੈ, ਜੇ ਉਹ ਪਲੇਸਮੈਂਟ ਪੂਰੀ ਨਹੀਂ ਕਰ ਪਾਉਂਦਾ ਪੇਸ਼ੈਂਟ, ਜਾਂ ਉਹਦੇ ਰਿਸ਼ਤਾ ਨਹੀਂ ਪੂਰੀ ਕਰ ਪਾਉਂਦੇ, ਫਿਰ ਪੇਸ਼ੈਂਟ ਦਾ ਕੀ ਬੰਦਾ ਹੋਊਗਾ? ਜਦੋਂ ਉਹਦੀ ਡੈਥ ਹੋ ਜਾਂਦੀ ਹੋਊਗੀ ਤੇ ਜਾਂ ਉਹ ਫਿਰ ਕਿਸ ਤਰੀਕੇ ਨਾਲ ਤੁਸੀਂ ਉਹ ਸਾਰਾ ਮੈਨੇਜ ਕਰਦੇ ਹੋ, ਜਾਂ ਬਾਕੀ ਹਸਪੀਟਲ ਵਾਲੇ ਕਿੱਦਾਂ ਮੈਨੇਜ ਕਰਦੇ ਨੇ? ਸਰ ਫਾਜ਼ਿਲਕਾ ਦੀ ਮੈਂ ਗੱਲ ਕਰਾਂਗਾ ਕਿਉਂਕਿ ਫਾਜ਼ਿਲਕਾ ਲੋਕਲ ਲੈਵਲ ਤੇ ਵਰਕ ਕਰ ਰਿਹਾ। ਮੈਂ ਗੱਲ ਕੀਤੀ ਸੀ 340 ਦਿਨ ਪ੍ਰੋਬਲਮ ਨਹੀਂ ਆਉਂਦੀ, 25 ਦਿਨ ਦੇ ਵਿੱਚ ਕੀ ਪ੍ਰੋਬਲਮ ਆਉਂਦੀ ਹੈ? ਨਹੀਂ, ਬਾਕੀ ਜਿਹਦੇ ਰਿਪਲੇਸਮੈਂਟ ਕਿਉਂ ਹੁੰਦੀ ਹੈ ਮੈਨੂੰ ਉਹ, ਕਿਉਂਕਿ ਦੇਖਿਆ ਆਪਾਂ ਜਾ ਕੇ ਕਿ ਕਈ ਫੋਨ ਵੀ ਕਰਦੇ ਹੁੰਦੇ ਨੇ ਵੀ ਰਿਪਲੇਸਮੈਂਟ ਮੰਗਦੇ ਨੇ, ਸਾਡੇ ਕੋਲ ਹੈ ਨਹੀਂ, ਰਿਪਲੇਸਮੈਂਟ ਹੋਏਗੀ ਤਾਂ ਬਲੱਡ ਮਿਲੂਗਾ, ਜਦੋਂ ਕਈ ਮਨਾ ਕਰਦੇ ਵੀ ਸਾਡੇ ਕੋਲ ਬਲੱਡ ਹੈ ਹੀ ਨਹੀਂ। ਫਿਰ ਉਸ ਸਮੇਂ ਵਿੱਚ ਕੀ ਕਰਨਾ ਚਾਹੀਦਾ? ਸਰ ਉਸ ਸਮੇਂ ਦੇ ਵਿੱਚ ਇਹੀ ਹੈ ਕਿ ਜਿਹੜੀ ਐਨਜੀਓਸ ਆਪਣੇ ਲੈਵਲ ਤੇ ਵਰਕ ਕਰ ਰਹੀਆਂ, ਪਹਿਲਾਂ ਤਾਂ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ, ਡੋਨਰਸ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਔਰ ਇੱਕ ਮੈਂ ਛੋਟੀ ਜਿਹੀ ਆਪਦੇ ਪ੍ਰਸ਼ਾਸਨ ਨੂੰ ਵੀ ਗੁਜ਼ਾਰਿਸ਼ ਕਰਾਂਗਾ ਕਿ ਜਿਸ ਤਰ੍ਹਾਂ ਇੱਕ ਟੀਕਾਕਰਨ ਅਭਿਆਨ ਬਣਾਇਆ ਗਿਆ, ਕੋਵਿਡ ਟੀਕਾਕਰਨ ਦਾ, ਇੱਕ ਐਮਪਲੋਈਜ਼ ਨੂੰ ਦੱਸਿਆ ਗਿਆ ਕਿ ਤੁਹਾਡੀ ਸੈਲਰੀ ਰਿਲੀਜ਼ ਨਹੀਂ ਹੋਏਗੀ, ਤਾਂ ਇੱਕ ਇਹ ਵੀ ਕਾਨੂੰਨ ਪਾਸ ਕੀਤਾ ਜਾ ਸਕਦਾ ਹੈ ਜੋ ਬਿਲਕੁਲ ਸਵਸਥ ਹੈ, ਮੈਂ ਸਵਸਥ ਵਰਡ ਯੂਜ਼ ਕਰ ਰਿਹਾ, ਜੋ ਬਿਲਕੁਲ ਹੈਲਦੀ ਹੈ, ਉਸ ਨੂੰ ਸਾਲ ਦੇ ਵਿੱਚ 2 ਵਾਰੀ ਡੋਨੇਟ ਕਰਨਾ ਹੈ ਬਲੱਡ। ਆਪਣੇ ਹਿੰਦੁਸਤਾਨ ਦੇ ਵਿੱਚ ਸ਼ਾਇਦ ਮੈਂ ਉਸ ਦਿਨ ਆંકੜਾ ਪੜ੍ਹ ਰਿਹਾ ਸੀ 96 ਲੱਖ ਜਾਂ 1 ਕਰੋੜ ਦੇ ਨੀਅਰ ਅਬਾਊਟ ਸਰਕਾਰੀ ਕਰਮਚਾਰੀ ਟੀਚਿੰਗ ਲਾਈਨ ਦੇ ਵਿੱਚ ਨੇ, ਇਕੱਲੇ ਟੀਚਿੰਗ ਲਾਈਨ ਦੇ ਵਿੱਚ। ਅਗਰ ਮੈਂ ਟੀਚਿੰਗ ਲਾਈਨ ਦੀ ਗੱਲ ਕਰਾਂ ਤਾਂ 1 ਕਰੋੜ ਕਰਮਚਾਰੀ ਨੇ, 1 ਕਰੋੜ ਕਰਮਚਾਰੀ ਦੇ ਵਿੱਚ 50 ਲੱਖ ਵੀ ਸਵਸਥ ਨੇ, ਪਰਮਾਤਮਾ ਸਭ ਨੂੰ ਸਵਸਥ ਰੱਖੇ, ਉਹਨਾਂ ਦੀ BP ਸ਼ੂਗਰ ਦੀ ਪ੍ਰੋਬਲਮ ਨਹੀਂ ਹੈ। ਤਾਂ ਜੇਕਰ 50 ਲੱਖ ਵੀ
ਲੋਕ ਡੋਨੇਟ ਕਰਨ ਸਾਲ ਦੇ ਵਿੱਚ ਤਾਂ 1 ਕਰੋੜ ਯੂਨਿਟ ਬਲੱਡ ਬੈਂਕਾਂ ਦੇ ਵਿੱਚ ਬਿਨਾ ਮੋਟੀਵੇਸ਼ਨ ਸਿਰਫ ਸਰਕਾਰ ਦੇ ਇੱਕ ਇਸ਼ਾਰੇ ਨਾਲ ਆ ਸਕਦਾ ਹੈ, ਤਾਂ ਬਲੱਡ ਦੀ ਪੂਰਤੀ ਨਾਲੋਂ ਨਾਲ ਹੋ ਜਾਏਗੀ। ਕਿੱਡੀ ਵੱਡੀ ਗੱਲ ਹੈ। ਔਰ ਇਸ ਗੱਲ ਦੀ ਗਰੰਟੀ ਮੈਂ ਕਰਦਾ, ਜੋ ਪਰਸਨ ਇੱਕ ਵਾਰੀ ਬਲੱਡ ਡੋਨੇਸ਼ਨ ਲਾਈਨ ਦੇ ਵਿੱਚ ਲੱਗ ਗਿਆ, ਉਹ ਪਰਸਨ ਬੀਪੀ, ਹਾਰਟ, ਕੈਂਸਰ, ਹੋਰ ਮੁਰਾਦ ਬਿਮਾਰੀਆਂ ਤੋਂ ਦੂਰ ਹੋ ਜਾਏਗਾ। ਉਸ ਨੂੰ ਇਹਦਾ ਜਿਹੜਾ ਰਿਸਕ ਫੈਕਟਰ ਹੈ 99% ਖਤਮ ਹੋ ਜਾਏਗਾ। ਔਰ ਜਿਹੜਾ ਉਹ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਸੀ, ਉਹ ਲੋਕਾਂ ਨੂੰ ਮੋਟੀਵੇਟ ਕਰਨਗੇ। ਇੱਕ ਵਾਰੀ ਬਲੱਡ ਬੈਂਕ ਦੇ ਵਿੱਚ ਭ੍ਰਮਣ ਵੀ ਜ਼ਰੂਰ ਕਰਨ, ਬੱਚਿਆਂ ਨੂੰ ਆਪਾਂ ਪਿਕਨਿਕ ਸਪੋਟ ਤੇ ਲੈ ਜਾਂਦੇ ਆ, ਸਾਇੰਸ ਸਿਟੀ ਲੈ ਜਾਂਦੇ ਆ, ਤਾਂ ਮੇਰਾ ਇਹ ਵੀ ਗੁਜ਼ਾਰਿਸ਼ ਹੈ ਪ੍ਰਸ਼ਾਸਨ ਨੂੰ ਜਾਂ ਇੱਕ ਐਜੂਕੇਸ਼ਨ ਡਿਪਾਰਟਮੈਂਟ ਨੂੰ, ਬੱਚਿਆਂ ਨੂੰ ਤੁਸੀਂ ਬਲੱਡ ਬੈਂਕ ਦਾ ਭ੍ਰਮਣ ਕਰਾਓ, ਉੱਥੇ ਜਾ ਕੇ ਮਰੀਜ਼ਾਂ ਨੂੰ ਦਿਖਾਓ ਕੀ ਹਾਲਾਤ ਨੇ। ਅੱਜ 15 ਤੋਂ 18 ਸਾਲ ਕੋਵਿਡ ਟੀਕਾਕਰਨ ਸ਼ੁਰੂ ਹੋ ਚੁੱਕਿਆ ਹੈ, ਤਾਂ 18 ਸਾਲ ਤੋਂ ਵੱਧ ਬੱਚਿਆਂ ਨੂੰ ਆ ਕੇ ਬਲੱਡ ਬੈਂਕ ਦਾ ਭ੍ਰਮਣ ਵੀ ਕਰਾਇਆ ਜਾਏ। ਦੇਖੋ ਬੱਚੋ, ਤੁਹਾਡੀ ਵੋਟ ਬਣ ਗਈ ਹੈ, ਅੱਜ ਤੁਸੀਂ ਬਲੱਡ ਦੇਣ ਦੇ ਕਾਬਲ ਹੋ ਗਏ ਹੋ, ਆ ਕੇ ਬਲੱਡ ਡੋਨੇਟ ਕਰੋ, ਤਾਂ ਕਿ ਜਿਹੜੀ ਬਲੱਡ ਦੀ ਕੰਜ਼ੰਪਸ਼ਨ ਹੈ ਵੱਧਦੀ ਜਾ ਰਹੀ ਹੈ, ਬਿਮਾਰੀਆਂ ਵੱਧ ਰਹੀਆਂ ਨੇ, ਕੰਜ਼ੰਪਸ਼ਨ ਵੀ ਵੱਧ ਰਹੀ ਹੈ, ਤਾਂ ਆਪਾਂ ਬਲੱਡ ਡੋਨੇਟ ਕਰੀਏ, ਜਾਗਰੂਕਤਾ ਵਾਲੇ ਪਾਸੇ ਆਈਏ। ਸ਼ਹਿਰਾਂ ਵਿੱਚ ਬਲੱਡ ਮਿਲ ਜਾਂਦਾ। ਹੁਣ ਪਿੰਡਾਂ ਦੀ ਗੱਲ ਕਰੀਏ, ਪਿੰਡਾਂ ਦੇ ਵਿੱਚ ਜਦ ਤੁਹਾਡੇ ਕੋਲ ਕੋਈ ਆંકੜਾ ਹੈਗਾ ਬਲੱਡ ਨਾ ਮਿਲਣ ਦੇ ਕਾਰਨ ਕਿੰਨੇ ਹੁਣ ਤੱਕ ਲੋਕਾਂ ਦੀ ਮੌਤ ਹੋ ਜਾਂਦੀ ਹੈ, ਜਾਂ ਸਾਲ ਦੇ ਵਿੱਚ ਕਿੰਨੀ ਮੌਤ ਹੋ ਜਾਂਦੀ ਹੈ? ਸਰ ਦੇਖੋ, ਜਿਹੜਾ ਬਲੱਡ ਹੁੰਦਾ ਹੈ, ਇੱਕ MBBS ਡਾਕਟਰ ਜਿਨ੍ਹਾਂ ਕੋਲ ਇੱਕ ਡਿਗਰੀ ਹੈ, ਉਹੀ ਬਲੱਡ ਦੀ ਅਥਾਰਟੀ ਹੁੰਦੀ ਹੈ, ਲਿਖ ਸਕਦਾ ਹੈ। ਤਾਂ ਪਿੰਡਾਂ ਦੇ ਵਿੱਚ ਜਾਂ ਤਾਂ ਕੋਈ ਸਰਕਾਰੀ ਡਿਸਪੈਂਸਰੀ ਬਣੀਆਂ ਹੋਣ ਜੋ ਸਰਕਾਰ ਦੇ ਅੰਡਰ ਨੂੰ, ਉੱਥੇ ਬਲੱਡ ਲੱਗ ਸਕਦਾ ਹੈ। ਜਿਹੜੇ ਡਾਕਟਰ RMP ਡਾਕਟਰ ਨੇ, ਉਹਨਾਂ ਕੋਲ ਬਲੱਡ ਲਿਖਣ ਦੀ ਅਥਾਰਟੀ ਨਹੀਂ ਹੁੰਦੀ, ਤਾਂ ਉਹ ਪੇਸ਼ੈਂਟ ਨੂੰ ਸਾਰਾ ਫਾਜ਼ਿਲਕਾ ਦੇ ਵਿੱਚ ਆਉਣਾ ਪਏਗਾ, ਜਾਂ ਜੋ ਵੀ ਉਹਨਾਂ ਨੂੰ ਸਿਟੀ ਨਜ਼ਦੀਕ ਪੈਂਦੀ ਹੈ ਉੱਥੇ ਜਾ ਕੇ ਬਲੱਡ ਲਵਾਉਣਾ ਪਏਗਾ। ਤਾਂ ਉੱਥੋਂ ਦੀ ਸੰਸਥਾਵਾਂ ਕੰਮ ਕਰ ਰਹੀਆਂ ਨੇ, ਬਲੱਡ ਬੈਂਕ ਕੰਮ ਕਰ ਰਹੇ ਨੇ, ਅੱਛਾ ਕੰਮ ਕਰ ਰਹੇ ਨੇ। ਜਿਨ੍ਹਾਂ ਕੋਲ ਉਹਨਾਂ ਕੋਲ ਹੋ ਪਾਉਂਦਾ ਉਹ ਕਰਦੇ ਹੈ। ਦਿੱਕਤ ਕਈ ਵਾਰ ਆ ਜਾਂਦੀ ਹੈ ਕਿ ਇੱਕ ਪੇਸ਼ੈਂਟ ਨੂੰ 6 ਯੂਨਿਟ ਬਲੱਡ ਲੱਗ ਜਾਂਦਾ ਹੈ, ਤਾਂ ਹੁਣ 6 ਯੂਨਿਟ ਨਹੀਂ ਹੁੰਦੇ। ਜੇਕਰ ਬਲੱਡ ਬੈਂਕ ਨੇ 2 ਦੇ ਵੀ ਦਿੱਤੇ, ਤਾਂ ਪਰਿਵਾਰ ਵਾਲਿਆਂ ਦਾ ਵੀ ਫਰਜ਼ ਬਣਦਾ ਹੈ ਕਿ ਆਪਦੇ ਰਿਸ਼ਤੇਦਾਰਾਂ ਦੇ ਵਿੱਚ, ਆਪਣੇ ਮੈਂਬਰਾਂ ਦੇ ਵਿੱਚ, ਆਪਣੇ ਪਿਤਾ ਲਈ, ਮਾਤਾ ਲਈ, ਜਿਨ੍ਹਾਂ ਲਈ ਬਲੱਡ ਚਾਹੀਦਾ ਹੈ, ਖੁਦ ਵੀ ਅੱਗੇ ਆਓ। ਅੱਛਾ, ਮੈਂ ਇੱਕ ਆਖਰੀ ਸਵਾਲ ਹੈ ਕਿ ਕਈ ਡਰਦੇ ਨੇ ਵੀ ਬਲੱਡ ਨਹੀਂ ਦੇਣਾ, ਬਲੱਡ ਦੇਣ ਦੇ ਨਾਲ ਪ੍ਰੋਬਲਮ ਹੋ ਜਾਂਦੀ ਹੈ, ਸਮੱਸਿਆ ਹੋ ਜਾਂਦੀ ਹੈ। ਹੁਣ ਤਾਂ ਕੋਵਿਡ ਚੱਲਦਾ ਪਿਆ, ਫਿਰ ਬਾਕੀ ਜੇ ਕਿਸੇ ਨੇ ਖੂਨ ਦਾਨ ਕਰਨਾ ਹੁੰਦਾ, ਉਹ ਸਮੱਸਿਆ ਹੋ ਜਾਂਦੀ ਸਰੀਰ ਦੇ ਵਿੱਚ? ਸਰ ਕੋਈ ਸਮੱਸਿਆ ਨਹੀਂ ਆਉਂਦੀ। ਆਪਣੀ ਸਾਰੀ ਗੇਮ ਮਾਈਂਡ ਗੇਮ ਹੈ। ਜੇਕਰ ਆਪਾਂ ਇਸ ਨੂੰ ਸਟਰੋਂਗ ਕਰ ਲਿਆ ਨਾ, ਤਾਂ ਸ਼ਾਇਦ ਆਪਾਂ ਹਰ ਚੀਜ਼ ਨੂੰ ਜਿੱਤ ਲਾਂਗੇ। ਜਦੋਂ ਆਪਾਂ ਇਹਨੂੰ ਲੂਜ਼ ਕਰ ਲਿਆ, ਆਪਾਂ ਹਾਰ ਜਾਾਂਗੇ। ਤਾਂ ਮੈਂ ਗੱਲ ਆਪਣੀ ਖੁਦ ਹੀ ਕਰਾਂਗਾ। ਜਦੋਂ ਮੈਂ ਫਸਟ ਟਾਈਮ ਡੋਨੇਟ ਕਰਨ ਗਿਆ ਸੀ, ਮੈਂ ਖੁਦ ਆਪਣਾ ਨਾਮ ਲਿਖਾਇਆ ਸੀ। 1998 ਦੀ ਵੀ ਗੱਲ ਕਰ ਰਿਹਾ ਮੈਂ ਖੁਦ ਆਪਣਾ ਨਾਮ ਲਿਖਵਾਇਆ ਸੀਗਾ ਕਿ ਮੇਰਾ ਬਲੱਡ ਲਿਆ ਜਾਏ। ਤਾਂ ਮੈਂ 1998 ਨਾਮ ਲਿਖਾਇਆ ਸੀ, ਔਰ 99 ਦੇ ਵਿੱਚ ਮੈਂ ਆਪਣਾ ਬਲੱਡ ਡੋਨੇਟ ਕੀਤਾ ਸੀਗਾ, ਔਰ ਡਰਦਾ ਗਿਆ ਸੀਗਾ। ਲੇਕਿਨ ਜਦੋਂ ਮੈਂ ਆਪਣਾ ਬਲੱਡ ਦਿੱਤਾ ਸੀ ਨਾ, ਜਿਸ ਬੱਚੇ ਨੂੰ ਬਲੱਡ ਲੱਗਿਆ ਸੀ, ਮੈਨੂੰ ਬੜੀ ਖੁਸ਼ੀ ਹੋਈ। ਤਾਂ ਉਸ ਤੋਂ ਦਾ ਲੱਗਿਆ 99 ਦੇ ਵਿੱਚ। ਅੱਜ ਤੱਕ ਮੈਂ 76 ਟਾਈਮ ਬਲੱਡ ਡੋਨੇਟ ਕਰ ਚੁੱਕਿਆ। ਅਗਰ ਕਿਸੇ ਨੂੰ ਕੋਈ ਸ਼ੰਕਾ ਹੈ, ਇਸ ਨਾਲ ਵੀਕਨੈਸ ਆਉਂਦੀ ਹੈ, ਕਮਜ਼ੋਰੀ ਆਉਂਦੀ ਹੈ, ਤਾਂ ਇਸ ਸ਼ਖਸ ਤੁਹਾਡੇ ਸਾਹਮਣੇ ਖੜਾ ਹੈ, ਦੇਣ ਵਾਲਾ ਹੈ। ਮੇਰੇ ਕੋਲ ਸਰਟੀਫਿਕੇਟ ਨੇ, ਮੇਰੇ ਕੋਲ ਰਿਕਾਰਡ ਹੈ, ਸਾਰਾ ਕੁਝ ਹੈ। ਤੁਸੀਂ ਜਦੋਂ ਮਰਜ਼ੀ ਮੇਰੇ ਕੋਲ ਆ ਕੇ ਲੈ ਸਕਦੇ ਹੋ। ਔਰ 76 ਟਾਈਮ ਬਹੁਤ ਵੱਡਾ ਆંકੜਾ ਹੁੰਦਾ ਹੈ। ਅਗਰ ਕਮਜ਼ੋਰੀ ਆਣੀ ਹੁੰਦੀ ਤਾਂ ਬਹੁਤ ਕੁਝ ਹੋ ਜਾਂਦਾ। ਔਰ ਜਿਹੜੇ ਲੋਕ ਫਾਜ਼ਿਲਕਾ ਦੇ ਕਰ ਰਹੇ ਨੇ, ਉਹਨਾਂ ਨੂੰ ਵੀ ਆ ਕੇ ਪੁੱਛੋ ਇੱਕ ਵਾਰ। ਅੱਛਾ, ਹੁਣ ਤੁਸੀਂ ਆਪਣਾ ਨੰਬਰ ਬੋਲ ਦਿਓ। ਜੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਬਲੱਡ ਦੀ ਲੋੜ ਪੈਂਦੀ ਹੈ, ਜਿੰਨੇ ਕੁ ਤੁਹਾਡੇ ਕੰਟੈਕਟ ਨੇ, ਤੁਸੀਂ ਉਹਨਾਂ ਨੂੰ ਮੁਹੱਈਆ ਕਰਵਾ ਦਿਓ। ਆਪਣਾ ਨੰਬਰ ਬੋਲ ਦਿਓ। ਸਰ ਫਾਜ਼ਿਲਕਾ ਤੋਂ ਮੇਰਾ ਨਾਮ ਰਾਜੀਵ ਕੁਕਰੇਜਾ ਹੈ। ਨੰਬਰ ਮੇਰਾ 9501009612 9501 09612। ਫਾਜ਼ਿਲਕਾ ਦੇ ਵਿੱਚ ਤੁਹਾਨੂੰ ਬਲੱਡ ਦੀ ਕਦੇ ਵੀ ਸਮੱਸਿਆ ਦਾ ਸ਼ਿਕਾਰ ਨਹੀਂ ਹੋਣਾ ਪਏਗਾ। ਬਾਹਰ ਜ਼ਰੂਰਤ ਪੈਂਦੀ ਹੈ ਤਾਂ ਸਾਡੀਆਂ ਮਾਣਯੋਗ ਟੀਮਾਂ NGOs ਬੈਠੀਆਂ ਨੇ, ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਹ ਕੰਮ ਕਰਾ ਪਾਵਾਂਗੇ। ਮੈਂ ਇਕੱਲਾ ਨਹੀਂ ਕਰ ਪਾਵਾਂਗਾ, ਉਹਨਾਂ ਦੇ ਸਹਿਯੋਗ ਨਾਲ ਕਰਾ ਪਾਵਾਂਗਾ। ਸਾਡੀ ਕੋਸ਼ਿਸ਼ ਰਹੇਗੀ ਤੁਹਾਨੂੰ ਉਸ ਜਗ੍ਹਾ ਦੇ ਉੱਤੇ ਆ ਕੇ ਤੁਹਾਡੀ ਵਿਵਸਥਾ ਕਰਾਈ ਜਾਏ, ਤਾਂ ਕਿ ਤੁਸੀਂ ਬਲੱਡ ਪਿੱਛੇ ਜ਼ਿੰਦਗੀ ਨਾ ਹਾਰੇ। ਬਾਕੀ ਦਾ ਪਰਮਾਤਮਾ ਦੇ ਹੱਥ 'ਚ ਹੈ। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਰਾਜੀਵ ਕੁਕਰੇਜਾ। ਇੰਟਰੋ ਕਰਨ ਦਾ ਮਕਸਦ ਇਹੀ ਸੀ ਕਿ ਬਲੱਡ ਨੂੰ ਲੈ ਕੇ ਬਹੁਤ ਹੀ ਇਹੋ ਜਿਹੀਆਂ ਜਗ੍ਹਾ ਹੈਗੀਆਂ ਨੇ, ਪਿੰਡਾਂ ਦੀ ਗੱਲ ਕਰ ਲਈਏ, ਸ਼ਹਿਰਾਂ ਦੀ ਵੀ, ਜਿੱਥੇ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਤੇ ਤੁਸੀਂ ਬਲੱਡ ਡੋਨੇਟ ਕਰੋ। ਹੁਣ ਜਿਵੇਂ ਭਾਜੀ ਨੇ ਕਿਹਾ ਕਿ ਬਲੱਡ ਡੋਨੇਟ ਕਰਨ ਨਾਲ ਕੋਈ ਵੀ ਸਰੀਰ ਦੇ ਉੱਪਰ ਬਿਮਾਰੀ ਜਾਂ ਕੋਈ ਵੀ ਇਹੋ ਜਿਹਾ ਸਾਈਡ ਇਫੈਕਟ ਨਹੀਂ ਹੁੰਦਾ। ਕਈ ਇਹੋ ਜਿਹੇ ਵੀ ਪੇਸ਼ੈਂਟ ਹੁੰਦੇ ਨੇ ਜਿਨ੍ਹਾਂ ਨੂੰ ਬਲੱਡ ਨਹੀਂ ਮਿਲ ਪਾਉਂਦਾ ਬੈਕਵਰਡ ਏਰੀਆ ਦੇ ਵਿੱਚ, ਤਾਂ ਉਹਨਾਂ ਦੀ ਉੱਥੇ ਡੈਥ ਹੋ ਜਾਂਦੀ ਹੈ। ਤੇ ਥੈਲੇਸੀਮੀਆ ਦੀ ਗੱਲ ਕਰੀਏ, ਥੈਲੇਸੀਮੀਆ ਦੇ ਵਿੱਚ 2 ਤੋਂ 3 ਯੂਨਿਟ ਹਰੇਕ ਬੱਚੇ ਨੂੰ ਲੋੜ ਪੈਂਦੀ ਹੈ। 40 ਬੱਚੇ ਇਹਨਾਂ ਕੋਲ ਹੈਗੇ ਨੇ, ਤੇ ਸੋਚੋ ਵੀ ਪੂਰੇ ਦੇਸ਼ ਵਿੱਚ ਕਿੰਨੇ ਬੱਚੇ ਹੋਣਗੇ ਥੈਲੇਸੀਮੀਆ ਦੇ ਜਿਨ੍ਹਾਂ ਨੂੰ ਬਲੱਡ ਦੀ ਲੋੜ ਪੈਂਦੀ ਹੈ। ਤਾਂ ਬਲੱਡ ਵੀ ਦਾਨ ਕਰਨਾ ਚਾਹੀਦਾ, ਡੋਨੇਟ ਕਰਨਾ ਚਾਹੀਦਾ, ਪਰ ਉਸ ਤੋਂ ਪਹਿਲਾਂ ਚੈੱਕਅਪ ਕਰਾ ਲਓ ਆਪਣੇ। ਇਹ ਨਹੀਂ ਵੀ ਤੁਸੀਂ ਸਿੱਧਾ ਖੂਨਦਾਨ ਕੈਂਪ ਦੇ ਵਿੱਚ ਗਏ, ਜਾ ਕੇ ਬਲੱਡ ਡੋਨੇਟ ਕਰਤਾ। ਪਹਿਲਾਂ ਆਪਣੇ ਆਪ ਨੂੰ ਚੈੱਕਅਪ ਕਰਵਾਓ। ਜੇ ਤੁਹਾਨੂੰ ਡਾਕਟਰ ਕਹਿੰਦੇ ਨੇ ਕਿ ਤੁਸੀਂ ਬਲੱਡ ਦੇਣ ਦੇ ਯੋਗ ਹੋ, ਤਾਂ ਹੀ ਕਰਵਾਓ, ਬਿਨਾਂ ਪੁੱਛੇ ਨਾ। ਕਿਉਂਕਿ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਫਿਰ ਡਾਕਟਰ ਦੱਸ ਵੀ ਦਿੰਦੇ ਨੇ। ਤਾਂ ਇੰਟਰੋ ਕਰਨ ਦਾ ਮਕਸਦ ਇਹੀ ਸੀ ਕਿ ਜੇ ਤੁਹਾਨੂੰ ਵੀ ਕਿਤੇ ਬਲੱਡ ਦੀ ਲੋੜ ਪੈਂਦੀ ਹੈ, ਪੰਜਾਬ ਦੇ ਵਿੱਚ ਨੰਬਰ ਬੋਲ ਦਿੱਤਾ ਗਿਆ, ਤੁਸੀਂ ਕਾਲ ਕਰ ਲੈਣਾ। ਕੋਵਿਡ ਚੱਲਦਾ ਪਿਆ, ਜੇ ਹੋ ਸਕਦਾ, ਭਾਜੀ ਨੇ ਜਿਵੇਂ ਕਿਹਾ, ਕੋਸ਼ਿਸ਼ ਪੂਰੀ ਰਹੇਗੀ ਕਿ ਬਲੱਡ ਉਹ ਡੋਨੇਟ ਕਰਵਾ ਦੇਣ। ਕੋਵਿਡ ਤੋਂ ਪਹਿਲਾਂ ਇਹਨਾਂ ਨੇ ਪੂਰੇ ਦੇਸ਼ ਵਿੱਚ ਜਿੱਥੇ ਵੀ ਲੋੜ ਪਈ ਹੈ, ਇਹਨਾਂ ਨੇ ਬਲੱਡ ਡੋਨੇਟ ਕੀਤਾ। ਕੋਵਿਡ ਕਰਕੇ ਕਿਤੇ ਨਾ ਕਿਤੇ ਸਮੱਸਿਆ ਆ ਰਹੀ ਹੈ, ਰੁਕਾਵਟਾਂ ਵੀ ਆ ਰਹੀਆਂ ਨੇ, ਪਰ ਫਿਰ ਵੀ ਜਿੰਨਾ ਕੁ ਸਹਿਯੋਗ ਹੋ ਸਕਦਾ ਇਹ ਕਰਨਗੇ। ਤਾਂ ਪੰਜਾਬ ਨਿਊਜ਼ ਨਾਲ ਜੁੜੇ ਰਹਿਣਾ, ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ, ਤਾਂ ਕਿ ਦੂਜੇ ਤੱਕ ਵੀ ਜਾਣਕਾਰੀ ਪਹੁੰਚ ਸਕੇ।